ਹੈਲੋ एवरीवन, ਹਾਊ ਆਰ ਯੂ ਆਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗਿਲਸ ਮੈਨਟਿਓਰ ਦੇ ਈ ਲਰਨਿੰਗ YouTube ਚੈਨਲ ਦੇ ਉੱਤੇ ਮੈਂ ਜੋਤੀ ਮਲਹੋਤਰਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਤੇ ਗਾਇਜ਼, ਮੈਨੂੰ ਲਾਸਟ ਵੀਡੀਓ ਦੇ ਵਿੱਚ ਕਿਸੇ ਨੇ ਕਮੈਂਟ ਕਰਕੇ ਕਿਹਾ ਸੀਗਾ ਕਿ ਇੱਕ ਟੌਪਿਕ ਮੈਮ ਦੱਸ ਦਿਓ ਐਲਕੇਨਸ ਬਾਰੇ। ਤੇ ਫਸਟ ਆਫ ਆਲ ਅੱਜ ਦੇ MCQs ਖਤਮ ਕਰਨ ਤੋਂ ਪਹਿਲਾਂ ਫਸਟ ਆਫ ਆਲ ਅਸੀਂ ਉਹ ਕਰਾਂਗੇ, ਐਲਕੇਨਸ ਬਾਰੇ ਪੜਾਂਗੇ ਕਿ ਐਲਕੇਨਸ ਕੀ ਹੁੰਦੇ ਨੇ। ਸੋ ਚਲੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਤਿੰਨਾਂ ਚੀਜ਼ਾਂ ਬਾਰੇ ਦੱਸੂਗੀ, ਐਲਕੇਨ, ਐਲਕੀਨ ਐਂਡ ਐਲਕਾइन। ਮੈਂ ਤਿੰਨਾਂ ਚੀਜ਼ਾਂ ਬਾਰੇ ਤੁਹਾਨੂੰ ਦੱਸੂਗੀ ਕੀ ਹੁੰਦੇ ਨੇ ਇਹ। ਦੇਖੋ, ਫਸਟ ਆਫ ਆਲ ਇਹ ਹੁੰਦੇ ਕੀ ਨੇ ਤਿੰਨੋਂ, ਇਹ ਹਾਈਡਰੋਕਾਰਬਨਸ ਨੇ। ਇਹਨਾਂ ਨੂੰ ਹਾਈਡਰੋਕਾਰਬਨਸ ਕਹਿੰਦੇ ਆਪਾਂ, ਹਾਈਡਰੋਕਾਰਬਨਸ। ਇਹ ਤਿੰਨੋਂ ਹਾਈਡਰੋਕਾਰਬਨਸ ਨੇ। ਜਿਹੜੇ ਹਾਈਡਰੋਕਾਰਬਨਸ ਹੁੰਦੇ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ। ਹਾਈਡਰੋਕਾਰਬਨਸ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦੇ ਨੇ ਸੈਚੂਰੇਟਿਡ ਤੇ ਇੱਕ ਹੁੰਦੇ ਨੇ ਅਨਸੈਚੂਰੇਟਿਡ। ਸੈਚੂਰੇਟਿਡ ਤੇ ਅਨਸੈਚੂਰੇਟਿਡ ਦੋ ਤਰ੍ਹਾਂ ਦੇ ਹਾਈਡਰੋਕਾਰਬਨਸ ਹੁੰਦੇ ਨੇ, ਸੈਚੂਰੇਟਿਡ ਤੇ ਅਨਸੈਚੂਰੇਟਿਡ। ਸੈਚੂਰੇਟਿਡ ਹਾਈਡਰੋਕਾਰਬਨ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਸਿੰਗਲ ਬੌਂਡ ਬਣਦਾ, ਤੇ ਅਨਸੈਚੂਰੇਟਿਡ ਹਾਈਡਰੋਕਾਰਬਨ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਡਬਲ ਤੇ ਟ੍ਰਿਪਲ ਬੌਂਡ ਬਣਦਾ। ਸੈਚੂਰੇਟਿਡ ਦੇ ਵਿੱਚ ਇੱਕ ਬੌਂਡ ਬਣਦਾ, ਸਿੰਗਲ ਬੌਂਡ ਬਣਦਾ, ਤੇ ਇਹਦੇ ਵਿੱਚ ਕੀ ਹੁੰਦਾ, ਡਬਲ ਤੇ ਟ੍ਰਿਪਲ ਬੌਂਡ ਬਣਦਾ। ਹਾਈਡਰੋਕਾਰਬਨ ਦਾ ਮਤਲਬ ਕੀ ਹੁੰਦਾ, ਹਾਈਡਰੋਜਨ ਤੇ ਕਾਰਬਨ ਦੋਨਾਂ ਦੇ ਜਿਹੜੇ ਮਿਕਸਚਰ ਤੋਂ ਬਣਦੇ ਨੇ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ, ਹਾਈਡਰੋਕਾਰਬਨਸ। ਹਾਈਡਰੋਕਾਰਬਨਸ ਦੋ ਤਰ੍ਹਾਂ ਦੇ ਹੁੰਦੇ ਨੇ, ਸੈਚੂਰੇਟਿਡ ਤੇ ਅਨਸੈਚੂਰੇਟਿਡ। ਸੈਚੂਰੇਟਿਡ ਤੇ ਅਨਸੈਚੂਰੇਟਿਡ। ਤੇ ਸੈਚੂਰੇਟਿਡ ਤੇ ਜਿਹੜੇ ਅਨਸੈਚੂਰੇਟਿਡ ਹੁੰਦੇ ਨੇ ਇਹਨਾਂ ਦੇ ਵਿੱਚ ਕੀ ਹੁੰਦਾ, ਜਿਹੜੇ ਸੈਚੂਰੇਟਿਡ ਹੁੰਦੇ ਨੇ ਉਹਨਾਂ 'ਚ ਸਿੰਗਲ ਬੌਂਡ ਬਣਦਾ, ਤੇ ਜਿਹੜੇ ਅਨਸੈਚੂਰੇਟਿਡ ਹੁੰਦੇ ਨੇ ਉਹਨਾਂ ਦੇ ਵਿੱਚ ਡਬਲ ਤੇ ਟ੍ਰਿਪਲ ਬੌਂਡ ਬਣਦਾ। ਦੇਖੋ, ਜਿਹੜਾ ਫਸਟ ਐਲਕੇਨ ਹੈ ਇਹ ਸੈਚੂਰੇਟਿਡ ਹੈ। ਐਲਕੀਨ ਤੇ ਐਲਕਾइन ਜਿਹੜੇ ਹੁੰਦੇ ਨੇ ਇਹ ਦੋਨੋਂ ਹੀ ਅਨਸੈਚੂਰੇਟਿਡ ਨੇ। ਐਲਕੇਨ ਸੈਚੂਰੇਟਿਡ ਦੇ ਅੰਡਰ ਆਉਂਦਾ, ਐਲਕੀਨ ਤੇ ਐਲਕਾइन ਦੋਨੇ ਅਨਸੈਚੂਰੇਟਿਡ ਨੇ। ਮਤਲਬ ਇਹਦੇ 'ਚ ਸਿੰਗਲ ਬੌਂਡ ਬਣਦਾ, ਐਲਕੀਨ ਦੇ ਵਿੱਚ ਡਬਲ ਬੌਂਡ ਬਣਦਾ, ਐਲਕਾइन ਦੇ ਵਿੱਚ ਟ੍ਰਿਪਲ ਬੌਂਡ ਬਣਦਾ। ਠੀਕ ਹੈ, ਐਲਕੇਨ ਦੇ ਵਿੱਚ ਸਿੰਗਲ ਬੌਂਡ, ਐਲਕੀਨ ਦੇ ਵਿੱਚ ਡਬਲ ਬੌਂਡ, ਤੇ ਐਲਕਾइन ਦੇ ਵਿੱਚ ਟ੍ਰਿਪਲ ਬੌਂਡ ਬਣਦਾ। ਹੁਣ ਦੇਖੋ ਹੁੰਦਾ ਕਿਵੇਂ ਆ। ਸਭ ਤੋਂ ਪਹਿਲਾਂ ਆਪਾਂ ਐਲਕੇਨ ਪੜ੍ਹਦੇ ਹਾਂ। ਐਲਕੇਨ ਦਾ ਫਾਰਮੂਲਾ ਹੁੰਦਾ ਸਾਡੇ ਕੋਲ CnH2n+2। ਠੀਕ ਹੈ, ਇਹ ਫਾਰਮੂਲਾ ਹੁੰਦਾ ਐਲਕੇਨ ਦਾ। ਐਲਕੀਨ ਦਾ ਫਾਰਮੂਲਾ ਹੁੰਦਾ CnH2n, ਤੇ ਐਲਕਾइन ਦਾ ਫਾਰਮੂਲਾ ਹੁੰਦਾ CnH2n-2। ਸੋ ਇਹ ਕਿਹਦਾ ਫਾਰਮੂਲਾ ਹੁੰਦਾ ਹੈ। ਸੋ ਆਪਾਂ ਐਲਕੇਨ ਤੋਂ ਸ਼ੁਰੂਆਤ ਕਰਨੀ ਹੈ। ਐਲਕੇਨ ਦੇ ਅੰਦਰ ਕੀ ਹੁੰਦਾ, ਇਹਦੇ ਵਿੱਚ ਇਹਦਾ ਫਾਰਮੂਲਾ ਹੁੰਦਾ CnH2n+2। ਹੁਣ ਇਹਦੇ ਵਿੱਚ ਆਪਾਂ ਨੇ ਕੀ ਕਰਨਾ, ਦੇਖੋ ਆਪਾਂ ਨੇ ਸਭ ਤੋਂ ਪਹਿਲਾਂ n ਦੀ ਵੈਲਿਊ ਭਰਦੇ ਆਪਾਂ ਇਹਦੇ ਵਿੱਚ। ਇੱਥੇ ਮੈਂ n ਦੀ ਵੈਲਿਊ 1 ਭਰੀ। ਠੀਕ ਹੈ, ਤੁਹਾਨੂੰ ਮੈਥ ਤਾਂ ਸਾਰਿਆਂ ਨੂੰ ਆਉਂਦਾ ਹੀ ਹੋਣਾ। ਇਹਦੇ ਵਿੱਚ 1 ਭਰ ਦਿਓ। n ਦੀ ਵੈਲਿਊ ਅਗਰ ਆਪਾਂ 1 ਭਰਦੇ ਹਾਂ, 2 1 2, 2 + 2 4, H4 ਹੋ ਜਾਊਗਾ। ਫਿਰ n ਦੀ ਵੈਲਿਊ 2 ਭਰ ਦਿਓ, C2, ਇੱਧਰ ਵੀ n ਦੀ ਵੈਲਿਊ ਭਰੋ, 6 ਹੋ ਜਾਊਗਾ। ਫਿਰ n ਦੀ ਵੈਲਿਊ 3 ਭਰੋ, H ਕਿੰਨਾ ਆ ਜਾਊਗਾ, 8 ਆ ਜਾਊਗਾ। ਐਵੇਂ ਫਰਦਰ ਤੁਸੀਂ ਇੱਥੇ ਵੈਲਿਊਜ਼ ਭਰ ਸਕਦੇ ਹੋ। ਹੁਣ ਤੁਸੀਂ ਇਸ ਸਾਈਡ ਵੈਲਿਊਜ਼ ਭਰੋ, C1, ਇੱਧਰ 2 1 2 ਆ ਜਾਊਗਾ, C2 H4 ਆ ਜਾਊਗਾ, C3 H6 ਆ ਜਾਊਗਾ। ਇਸ ਦੇ ਅੰਦਰ ਕੀ ਹੈ, C1 ਇੱਥੇ ਜਦੋਂ ਤੁਸੀਂ 1 ਭਰੋਗੇ n ਦੀ ਜਗ੍ਹਾ ਤੇ 0 ਬਣ ਜਾਊਗਾ, ਮਤਲਬ ਕੋਈ ਵੀ ਕੰਪਾਊਂਡ ਸਾਡੇ ਕੋਲ ਨਹੀਂ ਬਣੂਗਾ। ਫਿਰ ਅਗਰ ਤੁਸੀਂ 2 ਭਰਦੇ ਹੋ ਤਾਂ H ਵੀ ਕਿੰਨਾ ਆ ਜਾਊਗਾ, 2। 3 ਭਰਦੇ ਹੋ, H ਵੀ ਕਿੰਨਾ ਆ ਜਾਊਗਾ ਤੁਹਾਡੇ ਕੋਲ, H ਆ ਜਾਊਗਾ ਆਪਣੇ ਕੋਲ 3 to the 6 - 2, 3 to the 6, 6 - 2 4, ਇਹ ਬਣ ਜਾਊਗਾ ਆਪਣੇ ਕੋਲ। ਸੋ ਐਵੇਂ n ਦੀ ਵੈਲਿਊਜ਼ ਭਰ ਕੇ ਆਪਣੇ ਕੋਲ ਇਹ ਕੰਪਾਊਂਡਸ ਬਣ ਗਏ। ਹੁਣ ਦੇਖੋ ਇਹਨਾਂ ਦੇ ਨਾਮ ਕੀ ਕੀ ਬਣਨਗੇ। ਇੱਕ ਗੱਲ ਯਾਦ ਰੱਖ ਲਓ, ਅਗਰ ਆਪਣੇ ਕੋਲ ਇੱਕ ਕਾਰਬਨ ਹੈ, ਅਗਰ ਕਿਸੇ ਵੀ ਕੰਪਾਊਂਡ 'ਚ ਇੱਕ ਕਾਰਬਨ ਯੂਜ਼ ਹੋ ਰਹੀ ਹੈ ਤਾਂ ਉਹਦੇ ਮੂਹਰੇ ਮਿਥ ਲੱਗਣਾ। ਅਗਰ 2 ਕਾਰਬਨ ਯੂਜ਼ ਹੋ ਰਹੀਆਂ ਤਾਂ ਇਥ ਲੱਗਣਾ ਹੁੰਦਾ, ਮਿਥ, ਇਥ। ਠੀਕ ਹੈ, ਅਗਰ 3 ਆ ਗਈਆਂ ਫਿਰ ਪ੍ਰੋਪ, 4 ਤੇ ਬਿਊਟ, ਇਸ ਤਰੀਕੇ ਨਾਲ ਲੱਗਦਾ ਹੁੰਦਾ। ਹੁਣ ਦੇਖੋ ਇਹ ਐਲਕੇਨ ਨੇ, ਇਹਦੇ ਵਿੱਚ ਕੀ ਹੈ, ਇੱਕ ਕਾਰਬਨ ਲੱਗੀ ਹੋਈ ਹੈ ਤਾਂ ਇਹਨੂੰ ਬੋਲਾਂਗੇ ਮਿਥੇਨ। ਕੀ ਬੋਲਾਂਗੇ, ਮਿਥੇਨ। ਇਹਦੇ ਵਿੱਚ 2 ਕਾਰਬਨ ਲੱਗਿਆ ਹੋਇਆ ਤਾਂ ਇਹਨੂੰ ਬੋਲਾਂਗੇ ਆਪਾਂ ਇਥੇਨ। 3 ਕਾਰਬਨ ਹੈ ਤਾਂ ਇਹਨੂੰ ਬੋਲਾਂਗੇ ਪ੍ਰੋਪੇਨ। ਸਿਮਿਲਰਲੀ ਇਹਦੇ ਵਿੱਚ ਕੀ ਹੈ, ਐਲਕੀਨ ਦੇ ਅੰਦਰ ਕੀ ਹੈ, ਇਹਦੇ ਵਿੱਚ ਇੱਕ ਕਾਰਬਨ ਹੈ ਤਾਂ ਇਹਨੂੰ ਬੋਲਾਂਗੇ ਮਿਥੀਨ। ਬਸ EN ਹੀ ਲਾ ਦੇਣਾ ਇਹਦੇ ਵਿੱਚ, ਬਾਕੀ ਸਾਰਾ ਸੇਮ ਹੈ। 2 ਕਾਰਬਨ ਹੈ ਤਾਂ ਇਹਨੂੰ ਬੋਲਾਂਗੇ ਆਪਾਂ ਇਥੀਨ।
ਇੱਥੇ ਤੀਜੇ ਦੇ ਵਿੱਚ ਕੀ ਹੈ 3 ਕਾਰਬਨਸ ਨੇ ਤਾਂ ਇਹ ਕੀ ਬਣ ਜਾਊਗਾ ਪ੍ਰੋਪੀਨ। ਸਿਮਿਲਰਲੀ ਇੱਧਰ ਤੱਕ ਫਸਟ ਵਾਲਾ ਤਾਂ ਕੁਝ ਵੀ ਨਹੀਂ ਬਣਿਆ ਸੀ ਸਾਡੇ ਕੋਲ, 2 ਕਾਰਬਨ ਹੈ ਤਾਂ ਇਥਾਈਨ ਬਣ ਜਾਊਗਾ, ਮਤਲਬ YNE ਪਿੱਛੇ ਲਾ ਦੇਣਾ। 3 ਕਾਰਬਨ ਹੈ ਪ੍ਰੋਪਾਈਨ ਬਣ ਜਾਊਗਾ। ਜੇ 4 ਕਾਰਬਨ ਹੁੰਦੇ ਤਾਂ ਬਿਊਟਾਈਨ ਬਣ ਜਾਂਦਾ, 5 ਤੇ ਪੈਂਟਾਈਨ ਬਣ ਜਾਂਦਾ, 6 ਤੇ ਹੈਕਸਾਈਨ ਬਣ ਜਾਂਦਾ। ਸੋ ਇਸ ਤਰੀਕੇ ਨਾਲ ਇਹ ਵਰਕ ਕਰਦਾ। ਸੋ ਤੁਹਾਨੂੰ ਇਹ ਫਾਰਮੂਲੇ ਜਿਹੜੇ ਜਨਰਲ ਫਾਰਮੂਲੇ ਯਾਦ ਹੋਣੇ ਕੀ ਹੈ ਜ਼ਰੂਰੀ ਨੇ। ਹੁਣ ਦੇਖੋ ਇਹਦੇ ਵਿੱਚ ਬੌਂਡ ਕਿਵੇਂ ਬਣਦੇ ਨੇ, ਮੈਂ ਹਰੇਕ ਦੀ ਇੱਕ ਐਗਜ਼ਾਮਪਲ ਲੈ ਕੇ ਸਮਝਾ ਦਿੰਦੀ ਹਾਂ ਤੁਹਾਨੂੰ। ਜਿਵੇਂ ਆਪਾਂ ਪਹਿਲਾਂ ਐਲਕੇਨ ਦੀ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ, ਆਪਾਂ ਫਸਟ ਕੰਪਾਊਂਡ ਲੈ ਲੈਂਦੇ ਹਾਂ ਇਹਦਾ C1H4, ਠੀਕ ਹੈ, C1H4। ਇਹਦੇ ਵਿੱਚ ਕੰਪਾਊਂਡ ਕਿਵੇਂ ਬਣਦੇ ਆ, ਦੇਖੋ ਕਾਰਬਨ ਹੈ ਇਹਦੇ ਵਿੱਚ ਆਪਣੇ ਕੋਲ, ਜਿਹੜਾ ਕਾਰਬਨ ਹੁੰਦਾ ਨਾ, ਕਾਰਬਨ ਦਾ ਐਟੋਮਿਕ ਨੰਬਰ ਕਿੰਨਾ ਹੁੰਦਾ 6 ਹੁੰਦਾ। 6 ਕਾਰਬਨ ਦਾ ਅਗਰ ਐਟੋਮਿਕ ਨੰਬਰ 6 ਹੈ ਇਹਦਾ ਮਤਲਬ ਕੀ ਹੈ ਕਿ ਇਹਦੇ ਪਹਿਲੇ ਆਰਬਿਟ 'ਚ 2 ਇਲੈਕਟ੍ਰੋਨ ਆਣਗੇ, ਦੂਜੇ ਆਰਬਿਟ ਦੇ ਵਿੱਚ 4 ਇਲੈਕਟ੍ਰੋਨ ਆਣਗੇ, ਠੀਕ ਹੈ, ਕਿਉਂਕਿ ਪਹਿਲੇ 'ਚ ਤਾਂ 2 ਹੀ ਆਉਂਦੇ ਹੁੰਦੇ ਨੇ ਹਮੇਸ਼ਾ। ਤਾਂ 6 ਇਲੈਕਟ੍ਰੋਨ ਹੈ ਟੋਟਲ ਇਹਦੇ ਕੋਲ, 2 ਪਹਿਲੇ 'ਚ ਆ ਗਏ ਤਾਂ ਬਚ ਕਿੰਨੇ ਗਏ 4। ਹੁਣ ਅਗਰ ਇਹਨੇ ਆਪਣਾ ਵੈਲੈਂਸ ਸ਼ੈਲ ਪੂਰਾ ਕਰਨਾ ਤਾਂ ਇਹਨੂੰ 4 ਇਲੈਕਟ੍ਰੋਨਾਂ ਦੀ ਹੋਰ ਲੋੜ ਹੈ, ਤਾਂ ਇਹਨੂੰ 4 ਇਲੈਕਟ੍ਰੋਨਾਂ ਦੀ ਹੋਰ ਲੋੜ ਹੈ। ਤਾਂ ਇਹਦੇ ਦੇਖੋ ਇਹਦੇ ਵਿੱਚ ਕੀ ਹੈ 4 ਇਲੈਕਟ੍ਰੋਨ ਜਿਹੜੇ ਹੈਗੇ ਆ ਇਹਦੇ ਕੋਲ ਹੈਗੇ ਆ, ਇੱਥੇ ਵੀ 1 ਇਲੈਕਟ੍ਰੋਨ ਹੈ ਇਹਦੇ ਕੋਲ, 1 ਇਲੈਕਟ੍ਰੋਨ ਉਰੇ ਲਗਾ ਦਿਓ, 1 ਇਲੈਕਟ੍ਰੋਨ ਉਰੇ ਲਗਾ ਦਿਓ, 1 ਇਲੈਕਟ੍ਰੋਨ ਉਰੇ ਲਗਾ ਦਿਓ। ਹੁਣ ਅਗਰ ਇਹਨੇ ਆਪਣਾ ਵੈਲੈਂਸ ਸ਼ੈਲ ਪੂਰਾ ਕਰਨਾ ਤਾਂ ਇਹਨੂੰ ਕਿਸੇ ਦੇ ਨਾਲ 4 ਇਲੈਕਟ੍ਰੋਨ ਸ਼ੇਅਰ ਕਰਨੇ ਪੈਣੇ ਆ। ਤਾਂ ਇਹ ਕੀ ਕਰੂਗਾ, ਇਹ 1 ਹਾਈਡਰੋਜਨ ਦੇ ਨਾਲ ਇੱਧਰ ਸ਼ੇਅਰ ਕਰ ਲੂਗਾ, 1 ਹਾਈਡਰੋਜਨ ਦੇ ਨਾਲ ਇੱਧਰ ਸ਼ੇਅਰ ਕਰ ਲੂਗਾ, 1 ਹਾਈਡਰੋਜਨ ਦੇ ਨਾਲ ਇੱਧਰ ਸ਼ੇਅਰ ਕਰ ਲੂਗਾ, 1 ਹਾਈਡਰੋਜਨ ਦੇ ਨਾਲ ਇੱਧਰ ਸ਼ੇਅਰ ਕਰ ਲੂਗਾ। ਤਾਂ ਇੱਥੇ ਕੀ ਬਣ ਰਿਹਾ, ਇੱਥੇ ਆਪਣੇ ਕੋਲ ਬਣ ਰਿਹਾ ਸਿੰਗਲ ਬੌਂਡ। ਤਾਂ ਇਹ ਹੁੰਦਾ C1H4। ਹੁਣ ਅਗਰ ਆਪਾਂ ਐਲਕੀਨ ਦੀ ਐਗਜ਼ਾਮਪਲ ਲਈਏ, ਐਲਕੀਨ ਦੇ ਅੰਦਰ ਕੀ ਹੁੰਦਾ, ਐਲਕੀਨ ਦਾ ਕੀ ਫਾਰਮੂਲਾ ਹੁੰਦਾ, ਆਪਾਂ ਕੋਈ ਵੀ ਲੈਂਦੇ ਹਾਂ C1H2। ਇਹ ਫਸਟ ਵਾਲਾ ਮੈਂ ਕੰਪਾਊਂਡ ਲੈ ਰਹੀ ਹਾਂ C1H2। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਦੇਖੋ 1 ਕਾਰਬਨ ਹੈ, ਠੀਕ ਹੈ, 1 ਕਾਰਬਨ ਹੈ, ਬਟ ਇਹਦੇ ਵਿੱਚ ਕੀ ਹੈ, ਇਹਨੇ 4 ਇਲੈਕਟ੍ਰੋਨਸ ਆਪਣੇ, ਇਹਦੇ ਵਿੱਚ ਕੀ ਐਲਕੀਨ ਦੇ ਵਿੱਚ ਕੀ ਹੁੰਦਾ, ਐਲਕੀਨ ਦੇ ਵਿੱਚ ਆਪਣੇ ਕੋਲ ਡਬਲ ਬੌਂਡ ਬਣਦਾ ਹੁੰਦਾ, ਠੀਕ ਹੈ, ਡਬਲ ਬੌਂਡ ਬਣਾਉਣਾ ਇਹਨੇ ਕਾਰਬਨ ਨੇ ਆਪਣਾ, ਠੀਕ ਹੈ, ਬਟ ਇਹਦੇ ਵਿੱਚ ਇੱਕੋ ਹੀ ਕਾਰਬਨ ਹੈ ਆਪਣੇ ਕੋਲ। ਅਗਰ ਮੈਂ ਸੈਕਿੰਡ ਵਾਲਾ ਲੈਂਦੀ ਹਾਂ ਕੰਪਾਊਂਡ, ਆਪਣੇ ਕੋਲ ਐਲਕੀਨ ਦਾ ਫਾਰਮੂਲਾ ਕੀ ਸੀਗਾ, ਆਪਣੇ ਕੋਲ ਐਲਕੀਨ ਦਾ ਫਾਰਮੂਲਾ ਸੀ CnH2n, CnH2n। ਮਤਲਬ ਅਗਰ C1 ਹੈ ਤਾਂ H ਕਿੰਨਾ ਹੋ ਜਾਊਗਾ 2 ਹੋ ਜਾਊਗਾ, ਅਗਰ C2 ਹੈ ਤਾਂ H ਕਿੰਨਾ ਹੋ ਜਾਊਗਾ 4 ਹੋ ਜਾਊਗਾ। ਹੁਣ ਇਹਨੂੰ ਆਪਾਂ ਕੰਬਾਈਨ ਕਰਕੇ ਦੇਖਦੇ ਹਾਂ C2H4 ਨੂੰ, C2H4। ਹੁਣ ਦੇਖੋ ਇਹਦੇ ਵਿੱਚ 2 ਕਾਰਬਨ ਹੈ, ਠੀਕ ਹੈ, ਇਹਦੇ ਵਿੱਚ 2 ਕਾਰਬਨ ਹੈ। ਤਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਕੀ ਹੁੰਦਾ, ਐਲਕੀਨ 'ਚ ਡਬਲ ਬੌਂਡ ਹੁੰਦਾ। ਹੁਣ ਜਿਹੜੀ ਆਵਲੀ ਕਾਰਬਨ ਹੈ ਇਹਦੇ ਕੋਲ ਵੀ 4 ਇਲੈਕਟ੍ਰੋਨ ਹੈ ਫ੍ਰੀ, ਤੇ ਜਿਹੜੀ ਆਵਲੀ ਕਾਰਬਨ ਹੈ ਇਹਦੇ ਕੋਲ ਵੀ 4 ਇਲੈਕਟ੍ਰੋਨ ਕੀ ਹੈ ਫ੍ਰੀ ਹੈ। ਤਾਂ ਕੀ ਹੋਊਗਾ, ਜਿਹੜੀ ਆਹ ਕਾਰਬਨ ਤੇ ਆਹ ਕਾਰਬਨ ਆਪਸ ਦੇ ਵਿੱਚ ਡਬਲ ਬੌਂਡ ਬਣਾ ਲੈਣਗੀਆਂ, ਤੇ ਜਿਹੜੇ 1-1 ਇਲੈਕਟ੍ਰੋਨ ਬਚ ਗਏ ਉਹਨਾਂ ਦੇ ਨਾਲ ਕੀ ਹੋ ਜੂਗੀ, ਹਾਈਡਰੋਜਨ ਕੰਬਾਈਨ ਹੋ ਜੂਗੀ, ਉਹਨਾਂ ਦੇ ਨਾਲ ਹਾਈਡਰੋਜਨ ਕੰਬਾਈਨ ਹੋ ਜੂਗੀ। ਆਹ ਕਾਰਬਨ ਤੇ ਆਹ ਕਾਰਬਨ ਨੇ ਆਪਸ 'ਚ ਡਬਲ ਬੌਂਡ ਬਣਾ ਲਿਆ, ਤੇ ਇਹ ਵਾਲੇ ਕਾਰਬਨ ਦੇ ਨਾਲ 1 ਹਾਈਡਰੋਜਨ ਕੰਬਾਈਨ ਹੋਗੀ, ਇਹ ਵਾਲੇ ਕਾਰਬਨ ਦੇ ਨਾਲ ਵੀ 1 ਹਾਈਡਰੋਜਨ ਕੰਬਾਈਨ ਹੋਗੀ। ਤਾਂ ਇਹ ਕੀ ਬਣ ਗਿਆ, ਇੱਥੇ ਡਬਲ ਬੌਂਡ ਬਣ ਰਹੇ ਹੈ। ਬਾਕੀ ਤੁਹਾਨੂੰ ਇੰਨਾ ਕੋਈ ਡੀਪਲੀ ਜਾਣ ਦੀ ਲੋੜ ਨਹੀਂ ਹੈਗੀ, ਬਸ ਤੁਸੀਂ ਜਿਹੜੀ ਮੇਨ ਜਨਰਲ ਗੱਲ ਮਤਲਬ ਯਾਦ ਰੱਖਣੀ ਹੈ, ਕਿਉਂਕਿ ਤੁਸੀਂ ਸਾਰੇ ਸਾਇੰਸ ਬੈਕਗਰਾਊਂਡ ਤੋਂ ਨਹੀਂ ਹੋਣਗੇ, ਠੀਕ ਹੈ, ਕੋਈ ਤੁਹਾਡੇ ਤੋਂ ਆਰਟਸ ਬੈਕਗਰਾਊਂਡ ਦੇ ਵਿੱਚ ਵੀ ਹੋ ਸਕਦਾ, ਕੋਈ ਕਿਸੇ ਹੋਰ ਬੈਕਗਰਾਊਂਡ ਤੋਂ ਵੀ, ਕਮਰਸ ਬੈਕਗਰਾਊਂਡ ਤੋਂ ਵੀ ਹੋ ਸਕਦਾ ਹੈ। ਤਾਂ ਹਰੇਕ ਨੂੰ ਇਹ ਚੀਜ਼ ਸਮਝ ਨਹੀਂ ਆਊਗੀ। ਤਾਂ ਤੁਹਾਡੇ ਲਈ ਜਿਹੜੀ ਮਤਲਬ ਬੇਸਿਕ ਦੀ ਗੱਲ ਯਾਦ ਰੱਖਣ ਵਾਲੀ ਹੈ ਉਹ ਇਹ ਹੈ ਕਿ ਇਹਦੇ ਫਾਰਮੂਲੇ ਕੀ ਹੁੰਦੇ ਨੇ, ਜਨਰਲ ਫਾਰਮੂਲੇ, ਠੀਕ ਹੈ। ਜਿਵੇਂ ਮੈਂ ਦੱਸਿਆ ਸੀ ਕਿ ਇਹਦਾ CnH2n+2 ਹੁੰਦਾ, ਇਹਦਾ CnH2n ਹੁੰਦਾ, ਇਹਦਾ ਹੁੰਦਾ CnH2n-2। ਔਰ ਇੱਕ ਗੱਲ ਇਹ ਯਾਦ ਰੱਖਣੀ ਹੈ, ਇੱਕ ਇਹ ਯਾਦ ਰੱਖਣੀ ਹੈ ਵੀ ਜੇ 1 ਕਾਰਬਨ ਹੈ ਤਾਂ ਮਿਥ ਕਹਿੰਦੇ ਆਪਾਂ, 2 ਕਾਰਬਨ ਹੈ ਤਾਂ ਇਥ ਕਹਿੰਦੇ ਆਪਾਂ, 3 ਕਾਰਬਨ ਹੈ ਤਾਂ ਪ੍ਰੋਪ ਕਹਿੰਦੇ ਆਪਾਂ। ਤਾਂ ਇਹ ਚੀਜ਼ ਤੁਸੀਂ ਯਾਦ ਰੱਖਣੀ ਹੈ। ਹੋਰ ਇਸ ਤੋਂ ਇਲਾਵਾ ਜਿਹੜੇ ਬੌਂਡਸ ਬਣਾਉਣੇ ਨੇ, ਕਿਵੇਂ ਬਣਨੇ ਨੇ, ਇਹ ਵੀ ਯਾਦ ਰੱਖਣ ਦੀ ਤੁਹਾਨੂੰ ਲੋੜ ਨਹੀਂ, ਕਿਉਂਕਿ ਉੱਥੇ ਕਿਹੜਾ ਤੁਹਾਨੂੰ ਕਿਸ ਨੇ ਬਣਵਾ ਕੇ ਪੁੱਛਣੇ ਨੇ ਕਿ ਇਹਦਾ ਕੀ ਬੌਂਡ ਬਣੂਗਾ, ਕਿਵੇਂ ਬਣੂਗਾ। ਬਸ ਇੰਨਾ ਯਾਦ ਰੱਖ ਲਓ ਕਿ ਐਲਕੀਨ ਦੇ ਵਿੱਚ ਸਿੰਗਲ ਬੌਂਡ ਬਣੂਗਾ, ਐਲਕੀਨ ਦੇ ਵਿੱਚ ਡਬਲ ਬੌਂਡ ਬਣੂਗਾ, ਐਲਕਾਈਨ ਦੇ ਵਿੱਚ ਟ੍ਰਿਪਲ ਬੌਂਡ ਬਣੂਗਾ। ਬਸ ਇੰਨੀ ਗੱਲ ਯਾਦ ਰੱਖ ਲਓ, ਠੀਕ ਹੈ, ਕਿਉਂਕਿ ਉੱਥੇ ਤੁਹਾਨੂੰ ਕਿਸ ਨੇ ਬਣਵਾ ਕੇ ਨਹੀਂ ਪੁੱਛਣੇ ਹੈਗੇ, ਤੁਹਾਨੂੰ ਸਿਰਫ ਆਨਸਰ ਪਤਾ ਹੋਣਾ ਚਾਹੀਦਾ ਵੀ ਇਹਦੇ ਵਿੱਚ ਇੰਨੇ ਬੌਂਡ ਬਣਦੇ ਨੇ, ਇਹਦੇ ਵਿੱਚ ਇੰਨੇ ਬੌਂਡ ਬਣਦੇ ਨੇ। ਚਲੋ ਫਿਰ ਆਪਾਂ ਮੂਵ ਕਰਦੇ ਹਾਂ ਅੱਜ ਦੇ ਕੁਐਸਚਨਸ ਵੱਲ। ਸੋ ਆਪਣਾ ਫਸਟ ਕੁਐਸਚਨ ਜਿਹੜਾ ਹੈਗਾ ਉਹ ਹੈਗਾ, ਇਨ ਦਾ ਹਿਊਮਨ ਬੋਡੀ ਰੈਡ ਬਲੱਡ ਸੈਲਸ ਆਰ ਪ੍ਰੋਡਿਊਸਡ ਇਨ। ਵੈਰੀ ਇੰਪੋਰਟੈਂਟ ਕੁਐਸਚਨ। ਮੈਂ ਅੱਜ ਤੱਕ ਜਿੰਨੇ ਵੀ ਪੇਪਰ ਦਿੱਤੇ ਆ, ਮੈਨੂੰ ਲੱਗਦਾ ਉਹਦੇ ਵਿੱਚੋਂ 2-3 ਪੇਪਰ ਤਾਂ ਇਹੋ ਜਿਹੇ ਹੀ ਹੋਣੇ ਆ ਜਿਹਦੇ ਵਿੱਚ ਇਹ ਕੁਐਸਚਨ ਆਇਆ ਹੀ ਆਇਆ, ਰੈਡ ਬਲੱਡ ਸੈਲਸ ਕਿੱਥੇ ਪ੍ਰੋਡਿਊਸ ਹੁੰਦੇ ਨੇ। ਵੈਰੀ ਇੰਪੋਰਟੈਂਟ ਕੁਐਸਚਨ।
ਰੈੱਡ ਬਲੱਡ ਸੈਲਸ ਕਿੱਥੇ ਪ੍ਰੋਡਿਊਸ ਹੁੰਦੇ ਨੇ? ਰੈੱਡ ਬਲੱਡ ਸੈਲਸ ਜਿਹੜੇ ਹੁੰਦੇ ਨੇ ਉਹ ਬੋਨ ਮੈਰੋ ਦੇ ਵਿੱਚ ਪ੍ਰੋਡਿਊਸ ਹੁੰਦੇ ਨੇ, ਠੀਕ ਹੈ। ਜਿਹੜੀ ਬੋਨ ਦੀ ਮੈਟ੍ਰਿਕਸ ਹੁੰਦੀ ਹੈ ਬੋਨ ਮੈਰੋ, ਉਹਦੇ ਅੰਦਰ ਰੈੱਡ ਬਲੱਡ ਸੈਲਸ ਕੀ ਹੁੰਦੇ ਨੇ? ਪ੍ਰੋਡਿਊਸ ਹੁੰਦੇ ਨੇ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਇਹ, ਕੋਈ ਐਸਾ ਐਗਜ਼ਾਮ ਨਹੀਂ ਜਿੱਥੇ ਨਾ ਪੁੱਛਿਆ ਜਾਵੇ। ਮੈਨੂੰ ਇਹ SSC ਦੇ ਪੇਪਰ 'ਚ ਵੀ ਇਹ ਕੁਐਸਚਨ ਆਇਆ ਸੀਗਾ, ਈਵਨ ਕਿ ਮੈਂ RRB JEE ਦਾ ਪੇਪਰ ਦਿੱਤਾ ਸੀਗਾ, ਉਹਦੇ 'ਚ ਵੀ ਮੈਨੂੰ ਇਹ ਕੁਐਸਚਨ ਆਇਆ ਸੀਗਾ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ। ਨੈਕਸਟ ਕੁਐਸਚਨ ਇਜ਼ ਵਿਚ ਇਜ਼ ਦੀ ਐਂਟੀਕੋਗੂਲੈਂਟ ਸਬਸਟੈਂਸ ਇਨ ਬਲੱਡ? ਐਂਟੀਕੋਗੂਲੈਂਟ ਸਬਸਟੈਂਸ, ਐਂਟੀਕੋਗੂਲੈਂਟ ਦਾ ਮਤਲਬ ਦੇਖੋ, ਕੋਗੂਲੈਂਟ ਦਾ ਮਤਲਬ ਹੁੰਦਾ ਖੂਨ ਦਾ ਜੰਮਣਾ, ਐਂਟੀਕੋਗੂਲੈਂਟ ਦਾ ਮਤਲਬ ਜਿਹੜਾ ਖੂਨ ਦੇ ਜੰਮਣ ਦੇ ਵਿੱਚ ਖੂਨ ਨੂੰ ਜੰਮਣ ਤੋਂ ਰੋਕਦਾ ਹੈ, ਜਾਂ ਆਪਾਂ ਕਹਿ ਸਕਦੇ ਹਾਂ ਜਿਹੜਾ ਖੂਨ ਨੂੰ ਪਤਲਾ ਕਰਦਾ ਹੈ। ਤਾਂ ਕਿਹੜਾ ਇਹੋ ਜਿਹਾ ਸਬਸਟੈਂਸ ਹੈ ਜਿਹੜਾ ਖੂਨ ਨੂੰ ਪਤਲਾ ਕਰਦਾ ਹੈ? ਤਾਂ ਉਹ ਹੈਗਾ ਹੈਪਰਿਨ। ਹੈਪਰਿਨ ਕੀ ਕਰਦਾ ਹੈ? ਖੂਨ ਨੂੰ ਪਤਲੇ ਕਰਨ ਦਾ ਕੰਮ ਕਰਦਾ, ਮਤਲਬ ਖੂਨ ਦੀ ਜਿਹੜੀ ਕਲੋਟ ਹੋਣ ਦੀ ਜਿਹੜੀ क्षमता ਹੈ ਉਹਨੂੰ ਡਿਕਰੀਜ਼ ਕਰਦਾ। ਤੇ ਥ੍ਰੋਮਬਿਨ ਇਹਦਾ ਉਲਟਾ ਹੈ, ਥ੍ਰੋਮਬਿਨ ਖੂਨ ਨੂੰ ਜੰਮਣ 'ਚ ਹੈਲਪ ਕਰਦਾ ਹੈ ਤੇ ਇਹ ਖੂਨ ਦੇ ਜੰਮਣ ਨੂੰ ਰੋਕਦਾ ਹੈ, ਘਟਾਉਂਦਾ ਹੈ। ਨੈਕਸਟ ਕੁਐਸਚਨ ਇਜ਼ ਪਲਮਨਰੀ ਆਰਟਰੀ ਕੈਰੀਜ਼। ਪਲਮਨਰੀ ਆਰਟਰੀ ਕੀ ਕੈਰੀ ਕਰਦੀ ਹੈ? ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਆਈ ਥਿੰਕ ਦੱਸ ਚੁੱਕੀ ਹਾਂ ਇੱਕ ਅੱਧੇ ਸੈਸ਼ਨ ਦੇ ਵਿੱਚ ਕਿ ਜਿਹੜੀਆਂ ਆਰਟਰੀਜ਼ ਹੁੰਦੀਆਂ ਨੇ ਉਹਨਾਂ ਦੇ ਵਿੱਚ ਕੀ ਹੁੰਦਾ ਹੈ? ਆਕਸੀਜਨੇਟਿਡ ਬਲੱਡ ਹੁੰਦਾ ਹੈ। ਆਕਸੀਜਨੇਟਿਡ ਬਲੱਡ ਦਾ ਮਤਲਬ ਕੀ ਹੁੰਦਾ ਹੈ? ਸਾਫ਼ ਖੂਨ। ਕਿ ਜਿਹੜੀਆਂ ਆਰਟਰੀਜ਼ ਹੁੰਦੀਆਂ ਨੇ ਉਹਨਾਂ ਦੇ ਅੰਦਰ ਆਕਸੀਜਨੇਟਿਡ ਬਲੱਡ ਹੁੰਦਾ ਹੈ। ਬਟ ਪਲਮਨਰੀ ਆਰਟਰੀ ਇੱਕ ਇਹੋ ਜਿਹੀ ਆਰਟਰੀ ਹੈ ਜਿਹਦੇ ਅੰਦਰ ਗੰਦਾ ਖੂਨ ਹੁੰਦਾ ਹੈ, ਮਤਲਬ ਜਿਹਦੇ ਅੰਦਰ ਡੀਆਕਸੀਜਨੇਟਿਡ ਬਲੱਡ ਹੁੰਦਾ, ਗੰਦਾ ਖੂਨ ਹੁੰਦਾ, ਠੀਕ ਹੈ। ਤਾਂ ਗੰਦਾ ਖੂਨ ਦਿਲ 'ਚ ਤਾਂ ਆਊਗਾ ਹੀ ਨਹੀਂ, ਠੀਕ ਹੈ। ਦਿਲ ਦੇ ਵਿੱਚ ਗੰਦਾ ਖੂਨ ਜਿਹੜਾ ਹੈਗਾ ਉਹ, ਕਿਉਂਕਿ ਦਿਲ ਦੇ ਇੱਕ ਸਾਈਡ 'ਤੇ ਆਉਂਦਾ ਗੰਦਾ ਖੂਨ, ਪਰ ਦਿਲ ਵੀ ਉਹ ਗੰਦੇ ਖੂਨ ਨੂੰ ਕਿਤੇ ਭੇਜੂਗਾ ਸਾਫ਼ ਹੋਣ ਦੇ ਲਈ। ਹੁਣ ਗੰਦਾ ਖੂਨ ਕੌਣ ਲੈ ਕੇ ਜਾਂਦਾ ਹੈ? ਪਲਮਨਰੀ ਆਰਟਰੀ। ਪਲਮਨਰੀ ਆਰਟਰੀ ਕੀ ਕਰਦੀ ਹੈ? ਜਿਹੜਾ ਗੰਦਾ ਖੂਨ ਦਿਲ ਦੇ ਵਿੱਚ ਆਉਂਦਾ, ਠੀਕ ਹੈ, ਜਿਹੜਾ ਵੀ ਖੂਨ ਬੋਡੀ ਪਾਰਟਸ ਤੋਂ ਇਕੱਠਾ ਹੋ ਕੇ ਦਿਲ ਦੇ ਵਿੱਚ ਆਉਂਦਾ। ਦਿਲ ਦੇ ਦੋ ਹਿੱਸੇ ਹੁੰਦੇ ਨੇ, ਰਾਈਟ ਤੇ ਲੈਫਟ। ਰਾਈਟ ਸਾਈਡ 'ਤੇ ਗੰਦਾ ਖੂਨ ਆਉਂਦਾ ਜਿਹਨੂੰ ਅਸੀਂ ਡੀਆਕਸੀਜਨੇਟਿਡ ਬਲੱਡ ਕਹਿੰਦੇ ਹਾਂ। ਤੇ ਜਿਹੜਾ ਉਹ ਡੀਆਕਸੀਜਨੇਟਿਡ ਬਲੱਡ ਹੈ ਉਹਨੂੰ ਸਾਫ਼ ਹੋਣ ਦੇ ਲਈ ਪਲਮਨਰੀ ਆਰਟਰੀ ਕਿਹਦੇ ਕੋਲ ਲੈ ਕੇ ਜਾਂਦੀ ਆ? ਲੰਗਸ ਦੇ ਕੋਲ ਲੈ ਕੇ ਜਾਂਦੀ ਹੈ, ਠੀਕ ਹੈ। ਪਲਮਨਰੀ ਆਰਟਰੀਜ਼ ਦੇ ਵਿੱਚ ਵੈਸੇ ਤਾਂ ਸਾਫ਼ ਖੂਨ ਹੁੰਦਾ ਹੈ, ਆਰਟਰੀਜ਼ ਦੇ ਵਿੱਚ ਵੈਸੇ ਤਾਂ ਸਾਫ਼ ਖੂਨ ਹੁੰਦਾ ਹੈ ਐਕਸੈਪਟ ਪਲਮਨਰੀ ਆਰਟਰੀ ਜਿਹੜੀ ਹੈਗੀ ਆ ਉਹ ਗੰਦਾ ਖੂਨ ਕੈਰੀ ਕਰਦੀ ਹੈ। ਸੋ ਇਹ ਗੰਦਾ ਖੂਨ ਕਿਹਦੇ ਕੋਲ ਲੈ ਕੇ ਜਾਂਦੀ ਹੈ? ਲੰਗਸ ਦੇ ਕੋਲ ਲੈ ਕੇ ਜਾਂਦੀ ਹੈ। ਕਿਉਂ ਲੈ ਕੇ ਜਾਂਦੀ ਹੈ? ਤਾਂ ਕਿ ਲੰਗਸ ਉਹਨੂੰ ਸਾਫ਼ ਕਰ ਸਕਣ। ਸੋ ਇਹਦਾ ਆਨਸਰ ਕੀ ਹੋਊਗਾ? ਆਪਸ਼ਨ ਨੰਬਰ 3। ਇਹ ਕੀ ਕਰਦੀ ਆ? ਇੰਪਿਓਰ ਬਲੱਡ ਕੈਰੀ ਕਰਦੀ ਆ ਟੂ ਲੰਗਸ। ਨੈਕਸਟ ਕੁਐਸਚਨ ਇਜ਼ ਬਲੂ ਗ੍ਰੀਨ ਐਲਗੀ ਬਿਲੋਂਗਸ ਟੂ ਵਿਚ ਗਰੁੱਪ? ਜਿਹੜੀ ਬਲੂ ਗ੍ਰੀਨ ਐਲਗੀ ਆ ਉਹ ਕਿਸ ਗਰੁੱਪ ਨੂੰ ਬਿਲੋਂਗ ਕਰਦੀ ਹੈ? ਸੋ ਜਿਹੜੀ ਬਲੂ ਗ੍ਰੀਨ ਐਲਗੀ ਹੁੰਦੀ ਹੈ ਇਹ ਪ੍ਰੋਕੈਰੀਓਟਸ ਦੇ ਅੰਦਰ ਆਉਂਦੀ ਹੈ, ਜਾਂ ਤੁਸੀਂ ਮੋਨੇਰਾ ਗਰੁੱਪ ਯਾਦ ਰੱਖ ਲਓ, ਮੋਨੇਰਾ ਗਰੁੱਪ ਦੇ ਅੰਦਰ ਆਉਂਦੀ ਹੈ, ਠੀਕ ਹੈ। ਮੋਨੇਰਾ ਜਿਹੜਾ ਗਰੁੱਪ ਹੈ ਉਹਦੇ ਅੰਦਰ ਜਿਹੜੇ ਵੀ ਆਰਗੇਨਿਜ਼ਮਸ ਆਉਂਦੇ ਨੇ ਉਹ ਪ੍ਰੋਕੈਰੀਓਟਿਕਸ ਹੁੰਦੇ ਨੇ, ਤੇ ਬਲੂ ਗ੍ਰੀਨ ਜਿਹੜੀ ਐਲਗੀ ਹੁੰਦੀ ਹੈ ਇਹ ਮੋਨੇਰਾ ਗਰੁੱਪ ਦੇ ਅੰਦਰ ਆਉਂਦੀ ਹੈ, ਜਾਂ ਪ੍ਰੋਕੈਰੀਓਟਸ ਯਾਦ ਰੱਖ ਲਓ। ਤੇ ਇਸ ਨੂੰ ਤੁਸੀਂ ਸਾਈਨੋਬੈਕਟੀਰੀਆ ਵੀ ਕਹਿੰਦੇ ਆ, ਸਾਈਨੋਬੈਕਟੀਰੀਆ ਵੀ ਇਸ ਨੂੰ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਫੋਲੋਇੰਗ ਇਜ਼ ਅ ਕ੍ਰੋਨਿਕ ਡਿਸੀਜ਼? ਇਹਦੇ ਵਿੱਚੋਂ ਕਿਹੜੀ ਕ੍ਰੋਨਿਕ ਡਿਸੀਜ਼ ਹੈ? ਡਿਸੀਜ਼ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਐਕਿਊਟ ਤੇ ਇੱਕ ਹੁੰਦੀਆਂ ਨੇ ਕ੍ਰੋਨਿਕ। ਐਕਿਊਟ ਡਿਸੀਜ਼ ਉਹ ਹੁੰਦੀਆਂ ਨੇ ਜਿਹੜੀਆਂ ਕੁਝ ਕੁ ਸਮੇਂ ਲਈ ਹੁੰਦੀਆਂ ਨੇ, ਆਪਾਂ ਦਵਾਈ ਖਾਂਦੇ ਆ ਉਹ ਠੀਕ ਹੋ ਜਾਂਦੀਆਂ ਨੇ। ਬਟ ਕ੍ਰੋਨਿਕ ਡਿਸੀਜ਼ ਉਹ ਹੁੰਦੀਆਂ ਨੇ ਜਿਹੜੀਆਂ ਲੰਬੇ ਸਮੇਂ ਤੱਕ ਚੱਲਦੀਆਂ ਨੇ, ਠੀਕ ਹੈ। ਐਕਿਊਟ ਜਿਵੇਂ ਆਪਾਂ ਕਹਿੰਦੇ ਆਪਾਂ ਨੂੰ ਕੋਲਡ ਵਗੈਰਾ ਹੁੰਦਾ, ਠੀਕ ਹੈ, ਉਹ ਕੁਝ ਕੁ ਟਾਈਮ ਲਈ ਰਹਿੰਦਾ ਫਿਰ ਠੀਕ ਹੋ ਜਾਂਦਾ। ਬਟ ਕ੍ਰੋਨਿਕ ਦਾ ਮਤਲਬ ਜਿਹੜੀ ਬਿਮਾਰੀ ਲੰਬੇ ਸਮੇਂ ਤੱਕ ਚੱਲਦੀ ਹੈ ਔਰ ਸਮਟਾਈਮ ਤਾਂ ਉਸ ਦੇ ਨਾਲ ਬੰਦੇ ਦੀ ਜਾਨ ਵੀ ਚਲੇ ਜਾਂਦੀ ਹੈ, ਤਾਂ ਉਹਨੂੰ ਅਸੀਂ ਕ੍ਰੋਨਿਕ ਡਿਸੀਜ਼ ਕਹਿੰਦੇ ਹਾਂ। ਤਾਂ ਦੇਖੋ ਕੋਲਡ ਤਾਂ ਹੋ ਨਹੀਂ ਸਕਦਾ, ਨਾ ਇਨਫਲੂਐਂਜ਼ਾ, ਨਾ ਟਾਈਫਾਈਡ। ਡਾਇਬਟੀਜ਼ ਹੀ ਹੈ ਜਿਹੜੀ ਲੰਬੇ ਸਮੇਂ ਤੱਕ ਜਿਹੜੀ ਬਿਮਾਰੀ ਚੱਲਦੀ ਹੈ। ਸੋ ਇਹਦਾ ਕਰੈਕਟ ਆਨਸਰ ਕੀ ਹੋ ਜਾਊਗਾ? ਡਾਇਬਟੀਜ਼। ਨੈਕਸਟ ਇਜ਼ ਕੰਜੈਂਸ਼ੀਅਲ ਡਿਸੀਜ਼ ਕਿਹੜੀਆਂ ਹੁੰਦੀਆਂ ਨੇ? ਕੰਜੈਂਸ਼ੀਅਲ ਡਿਸੀਜ਼ ਕਿਹੜੀਆਂ ਹੁੰਦੀਆਂ ਨੇ? ਦੇਖੋ ਜੈਨਸ਼ੀਅਲ ਤੋਂ ਤੁਸੀਂ ਯਾਦ ਰੱਖ ਲਓ। ਜੈਨਸ਼ੀਅਲ ਜੈਨੇਟਿਕ ਦਾ ਮਤਲਬ ਕੀ ਹੁੰਦਾ ਹੈ? ਜਿਹੜੀ ਚੀਜ਼ ਬਾਈ ਬਰਥ ਆਪਾਂ ਨੂੰ ਮਿਲਦੀ ਹੈ ਉਹਨੂੰ ਆਪਾਂ ਕਹਿ ਸਕਦੇ ਹਾਂ ਜੈਨੇਟੀਅਲ। ਤਾਂ ਕੰਜੈਂਸ਼ੀਅਲ ਡਿਸੀਜ਼ ਉਹਨਾਂ ਨੂੰ ਕਹਿੰਦੇ ਆ ਜਿਹੜੀਆਂ ਆਪਾਂ ਨੂੰ ਬਰਥ ਤੋਂ ਹੁੰਦੀਆਂ ਨੇ, ਫਰੋਮ ਬਰਥ। ਜਿਹੜੀ ਬਿਮਾਰੀ ਜਦੋਂ ਬੱਚੇ ਦਾ ਜਨਮ ਹੁੰਦਾ, ਅਗਰ ਉਹ ਕੋਈ ਬੱਚੇ ਦੇ ਅੰਦਰ ਕੋਈ ਵੀ ਜਿਹੜੀ ਪ੍ਰੋਬਲਮ ਹੈ ਉਹਦੇ ਜਨਮ ਤੋਂ ਹੀ ਹੈ ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ? ਕੰਜੈਂਸ਼ੀਅਲ ਕਹਿੰਦੇ ਹਾਂ। ਨੈਕਸਟ ਇਜ਼ ਲਾਈਫ ਸਪੋਰਟਿੰਗ ਜ਼ੋਨ ਆਫ ਦੀ ਅਰਥ। ਲਾਈਫ ਸਪੋਰਟਿੰਗ ਜ਼ੋਨ ਨੂੰ ਕੀ ਕਹਿੰਦੇ ਆ? ਮਤਲਬ ਅਰਥ ਦਾ ਕਿਹੜਾ ਪਾਰਟ ਹੈ, ਕਿਹੜਾ ਇਹੋ ਜਿਹਾ ਜ਼ੋਨ ਹੈ ਜਿੱਥੇ ਲਾਈਫ ਸੰਭਵ ਹੈ? ਤਾਂ ਇਹਨੂੰ ਆਪਾਂ ਕਹਿੰਦੇ ਹਾਂ ਬਾਇਓਸਪੀਅਰ। ਦੇਖੋ ਜਿਹੜਾ ਬਾਇਓਸਪੀਅਰ ਹੈ ਨਾ, ਇਟ ਇਜ਼ ਅ ਕੰਬੀਨੇਸ਼ਨ ਆਫ ਲਿਥੋਸਪੀਅਰ, ਹਾਈਡਰੋਸਪੀਅਰ,
ਐਂਡ ਐਟਮੋਸਫੀਅਰ ਮੀਨਸ ਜਿਹੜੇ ਉੱਪਰ ਵਾਲੇ 3 ਜ਼ੋਨਸ ਨੇ ਇਹਨਾਂ ਨੂੰ ਮਿਲਾ ਕੇ ਹੀ ਬਣਦਾ ਹੈ ਸਾਡਾ ਬਾਇਓਸਫੀਅਰ। ਤੇ ਬਾਇਓਸਫੀਅਰ ਹੀ ਕੀ ਕਰਦਾ ਲਾਈਫ ਜਿਹੜੀ ਹੈਗੀ ਉਹ ਬਾਇਓਸਫੀਅਰ ਤੇ ਹੀ ਹੁੰਦੀ ਹੈ। ਲਿਥੋਸਫੀਅਰ ਦਾ ਮਤਲਬ ਹੁੰਦਾ ਲੈਂਡ, ਹਾਈਡਰੋ ਮੀਨਸ ਵਾਟਰ, ਐਟਮੋਸਫੀਅਰ ਦਾ ਮਤਲਬ ਜਿਹੜੀ ਆਪਣੀ ਏਅਰ ਐਟਮੋਸਫੀਅਰ ਹੁੰਦਾ, ਤੁਹਾਨੂੰ ਪਤਾ ਹੀ ਹੈ ਆਪਣਾ ਜਿਹੜੀ ਸਰਾਊਂਡਿੰਗਸ ਹੈ। ਤੇ ਤਿੰਨੋਂ ਸਫੀਅਰਸ ਮਿਲ ਕੇ ਕੀ ਬਣਾਉਂਦੇ ਨੇ ਬਾਇਓਸਫੀਅਰ ਬਣਾਉਂਦੇ ਨੇ। ਨੈਕਸਟ ਇਜ਼ ਐਜ਼ ਪਰ ਦਾ ਓਮਸ ਲॉ, ਕਹਿੰਦਾ ਜਿਹੜਾ ਓਮਸ ਲॉ ਦੇ ਅਕੋਰਡਿੰਗ ਜੇ ਆਪਾਂ ਕੰਡਕਟਰ ਦੀ ਰੈਸਿਸਟੈਂਸ ਡਬਲ ਕਰ ਦਈਏ ਤਾਂ ਉਹਦੇ ਕਰੰਟ ਦੇ ਉੱਤੇ ਕੀ ਇਫੈਕਟ ਪਊਗਾ। ਦੇਖੋ ਆਪਣੇ ਕੋਲ ਓਮਸ ਲॉ ਦੇ ਅਕੋਰਡਿੰਗ ਜਿਹੜੀ ਰੈਸਿਸਟੈਂਸ ਹੁੰਦੀ ਹੈ ਉਹ V/I ਹੁੰਦੀ ਹੈ, V/I। ਇਟ ਮੀਨਸ ਜਿਹੜੀ ਰੈਸਿਸਟੈਂਸ ਤੇ ਕਰੰਟ ਨੇ ਉਹ ਇਨਵਰਸਲੀ ਪ੍ਰਪੋਰਸ਼ਨਲ ਹੈ। ਇਹਦਾ ਮਤਲਬ ਕੀ ਹੈ ਕਿ ਜੇ ਰੈਸਿਸਟੈਂਸ ਨੂੰ ਵਧਾਉਂਗੇ ਤਾਂ ਕਰੰਟ ਕੀ ਹੋਊਗਾ, ਘਟੂਗਾ। ਜੇ ਰੈਸਿਸਟੈਂਸ ਨੂੰ ਘਟਾਉਂਗੇ ਕਰੰਟ ਵਧੂਗਾ। ਹੁਣ ਜੇ ਆਪਾਂ ਰੈਸਿਸਟੈਂਸ ਨੂੰ ਡਬਲ ਕਰਦੇ ਹਾਂ ਤਾਂ ਆਬਵੀਅਸ ਕਰੰਟ ਕੀ ਹੋ ਜਾਊਗਾ, ਹਾਫ ਹੋ ਜਾਊਗਾ। ਕਰੰਟ ਕੀ ਹੋ ਜਾਊਗਾ, ਡਿਕਰੀਜ਼ ਹੋ ਜਾਊਗਾ। ਸੋ ਇਟ ਗੈਟਸ ਹਾਫ। ਨੈਕਸਟ ਕੁਐਸਚਨ ਇਜ਼ ਵਿਚ ਆਫ ਦ ਫੋਲੋਇੰਗ ਯੂਨਿਟ ਰਿਪਰੈਜ਼ੈਂਟ ਦ ਯੂਨਿਟ ਅੰਪੀਅਰ। ਦੇਖੋ ਅੰਪੀਅਰ ਕਹਿੰਦਾ ਕਿਹੜੀ ਇਹਨਾਂ ਚੋਂ ਕਿਹੜੀ ਯੂਨਿਟ ਹੈ ਜਿਹਦਾ ਮਤਲਬ ਅੰਪੀਅਰ ਹੁੰਦਾ ਹੈ। ਅੰਪੀਅਰ ਕਿਹਦੀ ਯੂਨਿਟ ਹੁੰਦੀ ਹੈ, ਕਰੰਟ ਦੀ। ਔਰ ਕਰੰਟ ਦਾ ਇੱਕ ਫਾਰਮੂਲਾ ਹੁੰਦਾ ਹੈ। ਕਰੰਟ ਦਾ ਕੀ ਫਾਰਮੂਲਾ ਹੁੰਦਾ ਹੈ, V ਆਪਣੇ ਕੋਲ ਇੱਕ ਤਾਂ ਹੁੰਦਾ ਆਪਣੇ ਕੋਲ V/R ਇਜ਼ ਇਕੁਅਲ ਟੂ V/I V/R। ਇੱਕ ਤਾਂ ਕਰੰਟ ਦਾ ਇਹ ਫਾਰਮੂਲਾ ਹੁੰਦਾ ਤੇ ਇੱਕ ਹੁੰਦਾ ਕਰੰਟ ਨੂੰ ਵੈਸੇ ਆਪਾਂ I ਨਾਲ ਰਿਪਰੈਜ਼ੈਂਟ ਕਰਦੇ ਹਾਂ। ਤੇ ਇੱਕ ਕਰੰਟ ਦਾ ਫਾਰਮੂਲਾ ਹੁੰਦਾ Q/T। Q ਮਤਲਬ ਚਾਰਜ, T ਦਾ ਮਤਲਬ ਟਾਈਮ। ਇਹ ਵੀ ਕੀ ਹੁੰਦਾ ਫਾਰਮੂਲਾ ਹੁੰਦਾ। ਸੋ ਇਹ ਜਿਹੜਾ Q/T ਵੀ ਕਰੰਟ ਦਾ ਫਾਰਮੂਲਾ ਹੁੰਦਾ। Q ਮਤਲਬ ਚਾਰਜ, T ਮਤਲਬ ਟਾਈਮ। ਸੋ ਚਾਰਜ ਦੀ ਯੂਨਿਟ ਕੀ ਹੁੰਦੀ ਹੈ, ਕੂਲਮ, ਟਾਈਮ ਦੀ ਸੈਕਿੰਡ। ਸੋ ਐਂਪੀਅਰ ਦਾ ਮਤਲਬ ਕੀ ਹੁੰਦਾ ਹੈ, ਕੂਲਮ ਪਰ ਸੈਕਿੰਡ। ਨੈਕਸਟ ਕੁਐਸਚਨ ਇਜ਼ ਵਿਚ ਇਜ਼ ਦ ਰਿਲੇਸ਼ਨਸ਼ਿਪ ਬਿਟਵੀਨ ਦ ਫ੍ਰੀਕੁਐਂਸੀ ਐਂਡ ਦੀ ਪਿਚ ਆਫ ਦੀ ਸਾਊਂਡ ਵੇਵ। ਫ੍ਰੀਕੁਐਂਸੀ ਤੇ ਪਿਚ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈ। ਦੇਖੋ ਆਪਣੇ ਕੋਲ ਫ੍ਰੀਕੁਐਂਸੀ ਦਾ ਮਤਲਬ ਹੁੰਦਾ ਨੰਬਰ ਆਫ ਆਕਸੀਲੇਸ਼ਨ ਪਰ ਯੂਨਿਟ ਟਾਈਮ। ਆਹ ਆਪਣੀ ਫ੍ਰੀਕੁਐਂਸੀ ਹੈ ਕਿ ਕਿੰਨੇ ਸਾਈਕਲਸ ਹੋ ਰਹੇ ਨੇ ਪਰ ਯੂਨਿਟ ਟਾਈਮ ਦੇ ਵਿੱਚ। ਇਹ ਕੀ ਹੈ, ਫ੍ਰੀਕੁਐਂਸੀ ਹੈ। ਤੇ ਇੱਕ ਹੋਰ ਆਪਾਂ ਲੈ ਲੈਂਦੇ ਹਾਂ ਲਾਈਕ ਦਿਸ ਵਨ। ਸਪੋਜ਼ ਕਰ ਲਓ ਉਰੇ ਇਹ 1 ਸੈਕਿੰਡ ਦੇ ਵਿੱਚ ਇੱਕ ਚੱਕਰ ਆ ਲੱਗਿਆ, ਆ ਦੂਸਰਾ, ਆ ਤੀਸਰਾ। 1 ਸੈਕਿੰਡ ਦੇ ਵਿੱਚ 3 ਚੱਕਰ ਲੱਗੇ ਆ, ਪਰ ਉਰੇ 1 ਸੈਕਿੰਡ ਦੇ ਵਿੱਚ ਕਿੰਨੇ ਚੱਕਰ ਲੱਗੇ ਆ, 1 2 3 4 ਚੱਕਰ ਲੱਗੇ ਆ। ਇੱਥੇ 1 ਸੈਕਿੰਡ ਦੇ ਵਿੱਚ ਕਿੰਨੇ ਚੱਕਰ ਲੱਗੇ ਆ, 3। ਇੱਥੇ 1 ਸੈਕਿੰਡ 'ਚ 4 ਚੱਕਰ ਲੱਗੇ ਆ। ਤਾਂ ਜਿੱਥੇ ਵੱਧ ਸਾਈਕਲ ਹੋਏ ਨੇ ਉਹ ਕੀ ਹੋਊਗੀ, ਜ਼ਿਆਦਾ ਫ੍ਰੀਕੁਐਂਸੀ ਹੋਊਗੀ। ਜਿੱਥੇ ਘੱਟ ਸਾਈਕਲ ਹੋਏ ਨੇ ਉਹ ਘੱਟ ਫ੍ਰੀਕੁਐਂਸੀ ਹੋਊਗੀ। ਤੇ ਜਿੰਨੀ ਫ੍ਰੀਕੁਐਂਸੀ ਜ਼ਿਆਦਾ ਹੁੰਦੀ ਆ ਉਨਾ ਹੀ ਆਪਣੇ ਕੋਲ ਪਿਚ ਵੀ ਕੀ ਹੁੰਦੀ ਆ, ਜ਼ਿਆਦਾ ਹੁੰਦੀ ਹੈ। ਜਿੰਨੀ ਫ੍ਰੀਕੁਐਂਸੀ ਜ਼ਿਆਦਾ ਹੁੰਦੀ ਆ ਉਨੀ ਹੀ ਪਿਚ ਵੀ ਕੀ ਹੁੰਦੀ ਆ, ਜ਼ਿਆਦਾ ਹੁੰਦੀ ਹੈ। ਠੀਕ ਹੈ, ਫ੍ਰੀਕੁਐਂਸੀ ਜ਼ਿਆਦਾ ਹੋਊਗੀ, ਪਿਚ ਵੀ ਜ਼ਿਆਦਾ ਹੀ ਹੋਊਗੀ। ਸੋ ਇਹਦਾ ਆਂਸਰ ਆਊਗਾ ਆਪਸ਼ਨ ਨੰਬਰ 1, ਹਾਇਰ ਦਾ ਫ੍ਰੀਕੁਐਂਸੀ ਹਾਇਰ ਦਾ ਪਿਚ। ਠੀਕ ਹੈ, ਜਿੰਨੀ ਫ੍ਰੀਕੁਐਂਸੀ ਜ਼ਿਆਦਾ ਹੋਊਗੀ ਉਨੀ ਹੀ ਪਿਚ ਵੀ ਕੀ ਹੋਊਗੀ, ਜ਼ਿਆਦਾ ਹੋਊਗੀ। ਔਰ ਜੇ ਪਿਚ ਜ਼ਿਆਦਾ ਹੋਊਗੀ ਤਾਂ ਉਹਦੇ ਨਾਲ ਆਵਾਜ਼ ਜਿਹੜੀ ਉਹ ਤਿੱਖੀ ਹੋਊਗੀ, ਸ਼੍ਰਿਲਨੈਸ ਹੋਊਗੀ ਆਵਾਜ਼ ਦੇ ਵਿੱਚ। ਤੇ ਜੇ ਪਿਚ ਘੱਟ ਹੋਊਗੀ ਤਾਂ ਜਿਹੜੀ ਆਵਾਜ਼ ਹੈ ਉਹ ਮੋਟੀ ਹੋਊਗੀ। ਨੈਕਸਟ ਕੁਐਸਚਨ ਇਜ਼ ਵਿਚ ਆਫ ਦ ਫੋਲੋਇੰਗ ਇਜ਼ ਕਰੈਕਟ ਅਬਾਊਟ ਕੰਪਰੈਸ਼ਨਸ ਇਨ ਸਾਊਂਡ ਵੇਵ। ਕੰਪਰੈਸ਼ਨਸ ਤੋਂ ਦਾ ਕੀ ਮਤਲਬ ਹੁੰਦਾ। ਦੇਖੋ ਕੰਪਰੈਸ਼ਨਸ ਕੀ ਹੁੰਦੇ ਨੇ, ਜਦੋਂ ਜਿਹੜੇ ਸਾਊਂਡ ਹੈ, ਸਾਊਂਡ ਕਿਵੇਂ ਟਰੈਵਲ ਕਰਦੀ ਆ। ਸਾਊਂਡ ਏਅਰ, ਜਿਹੜੇ ਏਅਰ ਦੇ ਮੋਲੀਕਿਊਲਸ ਹੁੰਦੇ ਨੇ, ਏਅਰ ਦੇ ਅੰਦਰ ਜਿਹੜੇ ਪਾਰਟੀਕਲਸ ਹੁੰਦੇ ਨੇ, ਠੀਕ ਹੈ, ਜਦੋਂ ਉਹ ਮੂਵ ਕਰਦੇ ਨੇ, ਠੀਕ ਹੈ, ਐਕਚੁਅਲ ਦੇ ਵਿੱਚ ਉਹ ਮੂਵ ਨਹੀਂ ਕਰਦੇ। ਜਦੋਂ ਆਪਾਂ ਕੁਝ ਵੀ ਬੋਲਦੇ ਹਾਂ ਤਾਂ ਆਪਣੇ ਨੇੜੇ ਦੀ ਜਿਹੜੀ ਹਵਾ ਹੁੰਦੀ ਆ ਉਹਦੇ ਜਿਹੜੇ ਪਾਰਟੀਕਲਸ ਹੁੰਦੇ ਆ ਉਹ ਆਪਣੀ ਹੀ ਪੋਜੀਸ਼ਨ ਤੇ ਇਸ ਤਰੀਕੇ ਨਾਲ ਬੈਕ ਐਂਡ ਫੋਰਥ ਮੂਵ ਕਰਨਾ ਸ਼ੁਰੂ ਕਰ ਦਿੰਦੇ ਨੇ। ਮਤਲਬ ਪਹਿਲਾਂ ਅੱਗੇ ਨੂੰ ਜਾਂਦੇ ਨੇ, ਫਿਰ ਪਿੱਛੇ ਨੂੰ ਆਉਂਦੇ ਨੇ, ਅੱਗੇ ਨੂੰ ਜਾਂਦੇ ਨੇ, ਫਿਰ ਪਿੱਛੇ ਨੂੰ ਆਉਂਦੇ ਨੇ। ਮਤਲਬ ਕਹਿਣ ਦਾ ਮਤਲਬ ਵਾਈਬ੍ਰੇਟ ਕਰਨਾ ਸ਼ੁਰੂ ਕਰ ਦਿੰਦੇ ਨੇ। ਤੇ ਜਦੋਂ ਵਾਈਬ੍ਰੇਟ ਕਰਦੇ ਨੇ ਤਾਂ ਕਦੇ ਉਹ ਇੱਕ ਦੂਜੇ ਦੇ ਨੇੜੇ ਆਉਂਦੇ ਨੇ, ਕਦੇ ਇੱਕ ਦੂਜੇ ਤੋਂ ਦੂਰ ਜਾਂਦੇ ਨੇ। ਕਦੇ ਉਹ ਇੱਕ ਦੂਜੇ ਦੇ ਨੇੜੇ ਆਉਂਦੇ ਨੇ, ਕਦੇ ਇੱਕ ਦੂਜੇ ਤੋਂ ਦੂਰ ਜਾਂਦੇ ਨੇ। ਤਾਂ ਕੀ ਹੁੰਦਾ, ਦੇਖੋ ਅਗਰ ਉਹ ਇੱਕ ਦੂਜੇ ਦੇ ਨੇੜੇ ਆਉਂਦੇ ਨੇ ਮਤਲਬ ਉਹ ਕੀ ਹੁੰਦਾ, ਉਹਨੂੰ ਅਸੀਂ ਕੀ ਬੋਲਦੇ ਹਾਂ, ਕੰਪਰੈਸ਼ਨ। ਤੇ ਜਦੋਂ ਇੱਕ ਦੂਜੇ ਤੋਂ ਦੂਰ ਜਾਂਦੇ ਨੇ ਤਾਂ ਉਹਨੂੰ ਅਸੀਂ ਬੋਲਦੇ ਹਾਂ ਰੇਅਰਫੈਕਸ਼ਨ। ਕੰਪਰੈਸ਼ਨ ਦਾ ਮਤਲਬ ਜਦੋਂ ਜਿਹੜੇ ਪਾਰਟੀਕਲਸ ਹੁੰਦੇ ਆ ਇੱਕ ਦੂਜੇ ਦੇ ਨੇੜੇ ਹੁੰਦੇ ਨੇ, ਕਰਾਊਡਡ ਹੁੰਦੇ ਨੇ, ਤਾਂ ਉਹਨੂੰ ਅਸੀਂ ਕੰਪਰੈਸ਼ਨ ਬੋਲਦੇ ਹਾਂ। ਤੇ ਜਦੋਂ ਪਾਰਟੀਕਲ ਇੱਕ ਦੂਜੇ ਤੋਂ ਦੂਰ ਹੁੰਦੇ ਨੇ ਉਹਨੂੰ ਅਸੀਂ ਰੇਅਰਫੈਕਸ਼ਨਸ ਬੋਲਦੇ ਹਾਂ। ਸੋ ਇਹਦਾ ਆਨਸਰ ਕੀ ਆਊਗਾ, ਕੰਪਰੈਸ਼ਨ ਕਿਹਨੂੰ ਕਹਿੰਦੇ ਹਾਂ ਅਸੀਂ, ਉਸ ਰੀਜ਼ਨ ਨੂੰ ਕਹਿੰਦੇ ਹਾਂ ਕੰਪਰੈਸ਼ਨ ਜਿੱਥੇ ਕੀ ਹੋਵੇ ਜਿਹੜੇ ਪਾਰਟੀਕਲਸ ਹੋਣ ਉਹਨਾਂ ਦੇ ਉੱਤੇ ਪ੍ਰੈਸ਼ਰ ਜ਼ਿਆਦਾ ਹੋਵੇ। ਕਿਉਂਕਿ ਅਗਰ ਪਾਰਟੀਕਲਸ ਹੈ ਉਹ ਕਰਾਊਡਡ ਹੈ,
अगर कोई ਜਿਹੜੇ ਪਾਰਟੀਕਲਸ ਆ ਕਰਾਊਡਡ ਹੈ ਇਟ ਮੀਨਸ ਉਹਦੇ ਤੇ ਪ੍ਰੈਸ਼ਰ ਵੀ ਜ਼ਿਆਦਾ ਹੈ, ਠੀਕ ਹੈ। ਔਰ ਜੇ ਜਿਹੜੇ ਅਗਰ ਪ੍ਰੈਸ਼ਰ ਜ਼ਿਆਦਾ ਹੋਊਗਾ ਤਾਂ ਡੈਂਸਿਟੀ ਵੀ ਕੀ ਹੋਊਗੀ, ਜ਼ਿਆਦਾ ਹੋਊਗੀ, ਕਿਉਂਕਿ ਅਗਰ ਕੋਈ ਚੀਜ਼ ਜਿੰਨੀ ਜ਼ਿਆਦਾ ਕਰਾਊਡਡ ਹੋਊਗੀ ਓਨੀ ਉਹਦੀ ਡੈਂਸਿਟੀ ਵੀ ਕੀ ਹੋਊਗੀ, ਜ਼ਿਆਦਾ ਹੋਊਗੀ। ਸੋ ਕੰਪਰੈਸ਼ਨਸ ਉਹਨਾਂ ਨੂੰ ਕਹਿੰਦੇ ਆ ਜਿਨ੍ਹਾਂ ਦੇ ਵਿੱਚ ਪ੍ਰੈਸ਼ਰ ਹਾਈ ਹੁੰਦਾ ਹੈ ਤੇ ਡੈਂਸਿਟੀ ਵੀ ਕੀ ਹੁੰਦੀ ਆ, ਹਾਈ ਹੁੰਦੀ ਆ। ਆਪਸ਼ਨ ਨੰਬਰ 2 ਇਹਦਾ ਕਰੈਕਟ ਆਂਸਰ ਹੈ, ਠੀਕ ਹੈ। ਅਗਰ ਜਿਹੜੇ ਪਾਰਟੀਕਲਸ ਆ ਬਹੁਤ ਨੇੜੇ ਨੇੜੇ ਨੇ ਤਾਂ ਉਹਨੂੰ ਕੰਪਰੈਸ਼ਨ ਕਹਿੰਦੇ ਆ, ਕਿਉਂਕਿ ਉਸ ਟਾਈਮ ਤੇ ਉਹਨਾਂ ਦੇ ਵਿੱਚ ਪ੍ਰੈਸ਼ਰ ਵੀ ਜ਼ਿਆਦਾ ਹੋਊਗਾ ਤੇ ਕਿਉਂਕਿ ਉਹ ਕਰਾਊਡਡ ਨੇ ਤਾਂ ਕਰਕੇ ਉਹਨਾਂ ਦੀ ਡੈਂਸਿਟੀ ਵੀ ਕੀ ਹੋਊਗੀ, ਜ਼ਿਆਦਾ ਹੋਊਗੀ। ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਵਿਚ ਆਫ ਦਾ ਫੋਲੋਇੰਗ ਰਿਪਰੈਜ਼ੈਂਟ ਦਾ ਸਨੈਲਸ ਲਾਅ। ਸਨੈਲਸ ਲਾਅ ਜਿਹੜਾ ਹੈਗਾ ਇਹ ਕਿਹਦਾ ਲਾਅ ਹੈ, ਇਹ ਆਪਣੇ ਕੋਲ ਆਪਣੀ ਜਿਹੜੀ ਰਿਫਰੈਕਸ਼ਨ ਹੁੰਦੀ ਹੈ, ਰਿਫਰੈਕਸ਼ਨ ਲਾਅ ਆਫ ਰਿਫਰੈਕਸ਼ਨ ਵੀ ਕਹਿੰਦੇ ਆ ਇਹਨੂੰ। ਇਹ ਰਿਫਰੈਕਸ਼ਨ ਦਾ ਇਹਨੂੰ ਸੈਕਿੰਡ ਲਾਅ ਵੀ ਕਿਹਾ ਜਾਂਦਾ ਹੈ। ਸਨੈਲਸ ਲਾਅ ਨੂੰ ਸੈਕਿੰਡ ਲਾਅ ਆਫ ਰਿਫਰੈਕਸ਼ਨ ਵੀ ਕਿਹਾ ਜਾਂਦਾ ਹੈ, ਠੀਕ ਹੈ। ਸੈਕਿੰਡ ਲਾਅ ਆਫ ਰਿਫਰੈਕਸ਼ਨ, ਰਿਫਰੈਕਸ਼ਨ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਲਾਈਟ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਤੇ ਜਾਂਦੀ ਹੈ ਤਾਂ ਆਪਣੇ ਰਸਤੇ ਤੋਂ ਮੁੜ ਜਾਂਦੀ ਹੈ, ਉਹਨੂੰ ਅਸੀਂ ਕੀ ਬੋਲਦੇ ਹਾਂ, ਰਿਫਰੈਕਸ਼ਨ ਬੋਲਦੇ ਹਾਂ। ਤੇ ਰਿਫਰੈਕਸ਼ਨ ਦਾ ਜਿਹੜਾ ਸੈਕਿੰਡ ਲਾਅ ਹੈ, ਰਿਫਰੈਕਸ਼ਨ ਦੇ ਸੈਕਿੰਡ ਲਾਅ ਨੂੰ ਅਸੀਂ ਸਨੈਲਸ ਲਾਅ ਕਹਿੰਦੇ ਹਾਂ। ਤੇ ਸਨੈਲਸ ਲਾਅ ਦੇ ਅਕੋਰਡਿੰਗ ਕੀ ਹੁੰਦਾ ਹੈ, ਸਾਈਨ ਆਫ ਐਂਗਲ ਆਫ ਇੰਸੀਡੈਂਸ ਅਪॉन ਸਾਈਨ ਆਫ ਐਂਗਲ ਆਫ ਰਿਫਰੈਕਸ਼ਨ ਹਮੇਸ਼ਾ ਕੀ ਰਹਿੰਦਾ ਹੈ, ਕਾਂਸਟੈਂਟ ਰਹਿੰਦਾ ਹੈ। ਇਹ ਸਨੈਲ ਲਾਅ ਦੀ ਡੈਫੀਨੇਸ਼ਨ ਹੈ। ਸਾਈਨ ਆਫ ਐਂਗਲ ਆਫ ਇੰਸੀਡੈਂਸ ਅਪॉन ਸਾਈਨ ਆਫ ਐਂਗਲ ਆਫ ਰਿਫਰੈਕਸ਼ਨ ਹਮੇਸ਼ਾ ਕਾਂਸਟੈਂਟ ਰਹਿੰਦਾ ਹੈ। ਸਨੈਲਸ ਲਾਅ ਨੂੰ ਅਸੀਂ ਸੈਕਿੰਡ ਲਾਅ ਆਫ ਰਿਫਰੈਕਸ਼ਨ ਵੀ ਕਹਿੰਦੇ ਹਾਂ। ਨੈਕਸਟ ਕੁਐਸਚਨ ਇਜ਼ what is the size of image formed by a concave mirror when the object is at focus। ਕਹਿੰਦੇ ਜਦੋਂ ਆਬਜੈਕਟ ਫੋਕਸ ਤੇ ਹੁੰਦਾ ਹੈ ਤਾਂ ਕਿਸ ਟਾਈਪ ਦੀ ਇਮੇਜ ਬਣਦੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਡਾਇਗਰਾਮ ਦੇ ਵਿੱਚ ਆਬਜੈਕਟ ਆਪਣਾ ਫੋਕਸ ਤੇ ਹੈ, ਫੋਕਸ ਤੇ ਆਪਣਾ ਆਬਜੈਕਟ ਹੈ, ਠੀਕ ਹੈ। ਆ ਰਿਹਾ ਆਬਜੈਕਟ ਆਪਣਾ, ਤਾਂ ਫਸਟ ਰੇ ਗਈ, ਫਸਟ ਰੇ ਫੋਕਸ ਚੋਂ ਲੰਘ ਗਈ ਤੇ ਦੂਸਰੀ ਰੇ ਸੈਂਟਰ ਚੋਂ ਲੰਘ ਗਈ। ਤਾਂ ਜਿਹੜੀ ਇਹ ਰੇ ਆਫ ਲਾਈਟ ਹੈ ਬਹੁਤ ਦੂਰ ਜਾ ਕੇ ਮਿਲਣਗੀਆਂ, ਠੀਕ ਹੈ। ਇਹ ਕਿੱਥੇ ਜਾ ਕੇ ਮਿਲਣਗੀਆਂ, ਇਨਫਿਨਿਟੀ ਤੇ। ਸੋ ਯਾਦ ਰੱਖ ਲਓ ਅਗਰ ਕਦੇ ਵੀ ਆਬਜੈਕਟ ਆਪਣਾ ਫੋਕਸ ਤੇ ਪਿਆ ਹੁੰਦਾ ਹੈ, ਅਗਰ ਆਬਜੈਕਟ ਕਦੇ ਵੀ ਆਪਣਾ ਫੋਕਸ ਤੇ ਪਿਆ ਹੁੰਦਾ ਹੈ ਤਾਂ ਉਹਦੀ ਇਮੇਜ ਕਿੱਥੇ ਬਣਦੀ ਆ, ਉਹਦੀ ਇਮੇਜ ਬਣਦੀ ਆ ਇਨਫਿਨਿਟੀ ਦੇ ਉੱਤੇ, ਬਹੁਤ ਹੀ ਦੂਰ, ਜਿੱਥੇ ਤੱਕ ਅਸੀਂ ਸਾਡੀ ਨਿਗਾਹ ਨਹੀਂ ਜਾ ਸਕਦੀ ਉੱਥੇ ਤੱਕ ਬਣਦੀ ਹੈ ਇਹਦੀ ਇਮੇਜ। ਔਰ ਜਿਹੜੀ ਇਮੇਜ ਬਣਦੀ ਹੈ ਉਹ ਬਹੁਤ ਹੀ ਲਾਰਜ ਸਾਈਜ਼ ਦੀ ਹੁੰਦੀ ਹੈ। ਸੋ ਆਪਾਂ ਇਹਨੂੰ ਕੀ ਕਹਾਂਗੇ ਕਿ ਉਹਦੀ ਜਿਹੜੀ ਇਮੇਜ ਹੈ ਉਹ ਬਹੁਤ ਜ਼ਿਆਦਾ ਇਨਲਾਰਜ ਬਣਦੀ ਆ, ਮਤਲਬ ਹਾਈਲੀ ਇਨਲਾਰਜ ਇਮੇਜ ਬਣਦੀ ਆ। ਨੈਕਸਟ ਕੁਐਸਚਨ ਇਜ਼ what is the value of universal gravitational constant। universal gravitational constant, ਦੇਖੋ universal gravitational constant ਕੀ ਹੁੰਦਾ ਹੈ, ਇਹਨੂੰ ਆਪਾਂ ਕੈਪੀਟਲ ਜੀ ਵੀ ਕਹਿੰਦੇ ਹਾਂ। ਆਪਾਂ ਕੱਲ universal law of gravitation ਪੜ੍ਹਿਆ ਸੀਗਾ, ਆਈ ਥਿੰਕ ਲਾਸਟ ਸੈਸ਼ਨ ਦੇ ਵਿੱਚ ਮੈਂ MCQs ਕਰਾਏ ਸੀਗੇ ਤੁਹਾਨੂੰ, ਉਹਦੇ ਵਿੱਚ ਮੈਂ ਦੱਸਿਆ ਸੀਗਾ universal law of gravitation। ਤੇ ਉਹਦੇ ਵਿੱਚ ਮੈਂ ਦੱਸਿਆ ਸੀਗਾ ਕਿ ਇੱਕ ਜੀ ਜਿਹੜਾ ਹੁੰਦਾ, ਇੱਕ ਕਨਸਟੈਂਟ ਹੁੰਦਾ ਜਿਹੜਾ ਆਪਾਂ ਯੂਜ਼ ਕਰਦੇ ਹਾਂ ਟੂ ਕੈਲਕੂਲੇਟ ਦੀ ਗ੍ਰੈਵਿਟੇਸ਼ਨਲ ਫੋਰਸ। ਫੋਰਸ ਕੈਲਕੂਲੇਟ ਕਰਨ ਦਾ ਫਾਰਮੂਲਾ ਹੁੰਦਾ G m1 m2 ਓਵਰ r ਸਕੁਅਰ। ਇਹ ਕੀ ਹੁੰਦਾ ਹੈ, G ਇਹ ਆਪਣੇ ਕੋਲ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਹੁੰਦੀ ਆ, ਗ੍ਰੈਵਿਟੇਸ਼ਨਲ ਫੋਰਸ ਨੂੰ ਕੈਲਕੂਲੇਟ ਕਰਨ ਦਾ ਇਹ ਇੱਕ ਫਾਰਮੂਲਾ ਹੁੰਦਾ ਹੈ। ਸੋ ਇਹਦੇ ਵਿੱਚ ਜਿਹੜਾ G ਹੈ ਨਾ, ਇਹ ਕਨਸਟੈਂਟ ਵੈਲਿਊ ਹੈ ਤੇ ਇਹਦੀ ਜਿਹੜੀ G ਦੀ ਵੈਲਿਊ ਕਿੰਨੀ ਹੁੰਦੀ ਆ, ਤੇ ਇਹਦੀ ਵੈਲਿਊ ਹੁੰਦੀ ਆ 6.67 into 10 raised to power minus 11 ਨਿਊਟਨ ਮੀਟਰ ਸਕੁਅਰ ਪਰ ਕਿਲੋਗ੍ਰਾਮ। ਸੋ ਇਹ ਕੀ ਹੈ ਆਪਣੇ ਕੋਲ, ਇਟਸ ਕੈਪੀਟਲ G ਦੀ ਵੈਲਿਊ ਹੁੰਦੀ ਹੈ। ਨੈਕਸਟ ਕੁਐਸਚਨ ਇਜ਼ what is the property of matter by which a body tends to regain its original configuration after the removal of deforming force known as। ਦੇਖੋ ਸਪੋਜ਼ ਕਰ ਲਓ ਤੁਹਾਡੇ ਕੋਲ ਕੋਈ ਵੀ ਚੀਜ਼ ਹੈ, ਠੀਕ ਹੈ। ਅਗਰ ਤੁਸੀਂ ਉਹਨੂੰ ਦਬਾ ਦਿੰਦੇ ਹੋ, ਠੀਕ ਹੈ, ਉਹਦੇ ਤੇ ਫੋਰਸ ਲਗਾ ਰਹੇ ਹੋ, ਦਬਾਤਾ ਤਾਂ ਉਹਦੀ ਜਿਹੜੀ ਸ਼ੇਪ ਹੈ ਉਹ ਚੇਂਜ ਹੋ ਗਈ। ਬਟ ਉਸ ਤੋਂ ਬਾਅਦ ਜਿਹੜੀ ਤੁਸੀਂ ਉਸ ਤੇ ਫੋਰਸ ਅਪਲਾਈ ਕੀਤੀ ਸੀ, ਉਹਨੂੰ ਦਬਾਇਆ ਸੀਗਾ, ਫੋਰਸ ਅਪਲਾਈ ਕੀਤੀ ਸੀ, ਤੁਸੀਂ ਦੁਬਾਰਾ ਤੋਂ ਫੋਰਸ ਕੀ ਕਰਤੀ, ਛੱਡਤੀ, ਮਤਲਬ ਹੁਣ ਤੁਸੀਂ ਫੋਰਸ ਨਹੀਂ ਲਗਾ ਰਹੇ। ਤਾਂ ਕਹਿੰਦਾ ਅਗਰ ਉਹ ਜਿਹੜਾ ਆਬਜੈਕਟ ਹੈ ਉਹ ਦੁਬਾਰਾ ਤੋਂ ਆਪਣੀ ਓਰੀਜਨਲ ਸ਼ੇਪ 'ਚ ਆ ਜਾਊਗਾ। ਤਾਂ ਕਹਿੰਦਾ ਇਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ, ਇਸ ਪ੍ਰੋਪਰਟੀ ਨੂੰ ਅਸੀਂ ਕੀ ਕਹਿੰਦੇ ਹਾਂ, ਤਾਂ ਇਹਨੂੰ ਅਸੀਂ ਬੋਲਦੇ ਹਾਂ ਇਲਾਸਟੀਸਿਟੀ। ਕੀ ਬੋਲਦੇ ਹਾਂ ਇਸ ਨੂੰ ਅਸੀਂ ਬੋਲਦੇ ਹਾਂ ਇਲਾਸਟੀਸਿਟੀ। ਫੋਰ ਐਗਜ਼ਾਮਪਲ ਰਬੜ ਬੈਂਡ ਹੁੰਦਾ, ਤੁਸੀਂ ਉਹਨੂੰ ਖਿੱਚ ਲਓ, ਠੀਕ ਹੈ, ਉਹ ਥੋੜਾ ਜਿਹਾ ਲੰਬਾ ਹੋ ਜਾਊਗਾ, ਉਹਦੀ ਜਿਹੜੀ ਸ਼ੇਪ ਹੈ ਉਹ ਚੇਂਜ ਹੋ ਜਾਊਗੀ। ਉਸ ਤੋਂ ਬਾਅਦ ਜਦੋਂ ਤੁਸੀਂ ਦੁਬਾਰਾ ਉਸ ਫੋਰਸ ਨੂੰ ਛੱਡੋਗੇ ਤਾਂ ਦੁਬਾਰਾ ਤੋਂ ਆਪਣੀ ਓਰੀਜਨਲ ਪੋਜੀਸ਼ਨ ਤੇ ਕੀ ਆ ਜਾਊਗਾ, ਵਾਪਿਸ ਆ ਜਾਊਗਾ। ਨੈਕਸਟ ਇਜ਼ what is the common name of calcium sulfate hemihydrate।
ਇਹ ਕੁਐਸਚਨ ਤਾਂ ਆਪਾਂ ਬਹੁਤ ਜ਼ਿਆਦਾ ਵਾਰ ਕਰ ਲਿਆ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਕਿਉਂਕਿ ਮੈਂ ਇੱਕੋ ਹੀ ਕੁਐਸਚਨ ਨੂੰ 2-3 ਵਾਰੀ ਘੁਮਾਤਾ। ਠੀਕ ਹੈ, ਇਹ ਕੁਐਸਚਨ ਜਿਹੜਾ ਹੈਗਾ ਆਪਾਂ ਬਹੁਤ ਵਾਰੀ ਕਰ ਲਿਆ। ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ ਨੂੰ ਇਸ ਤਰੀਕੇ ਨਾਲ ਲਿਖਦੇ ਹਾਂ ਆਪਾਂ CaSO4 ਹਾਫ H2O, ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ CaSO4 ਹਾਫ H2O, ਇਹਨੂੰ ਆਪਾਂ ਬੋਲਦੇ ਹਾਂ ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ। ਸੋ ਕੈਲਸ਼ੀਅਮ ਸਲਫੇਟ ਜਿਹੜਾ ਹੈਮੀਹਾਈਡਰੇਟ ਹੈ ਇਹ ਕਿਹਦਾ ਨੇਮ ਹੈ, ਕਿਹਦਾ ਕੈਮੀਕਲ ਨੇਮ ਹੈ? ਸੋ ਦਿਸ ਇਜ਼ ਦ ਨੇਮ ਆਫ ਪਲਾਸਟਰ ਆਫ ਪੈਰਿਸ, POP ਦਾ ਜਿਹੜਾ ਹੈਗਾ ਕੈਮੀਕਲ ਨੇਮ ਹੈ ਕੈਲਸ਼ੀਅਮ ਸਲਫੇਟ ਹੈਮੀਹਾਈਡਰੇਟ। ਨੈਕਸਟ ਕੁਐਸਚਨ ਇਜ਼ what of these is the chemical formula of rust? ਰਸਟ ਕੀ ਹੁੰਦੀ ਹੈ? ਜੰਗ। ਲੋਹੇ ਨੂੰ ਜਿਹੜੀ ਜੰਗ ਲੱਗਦੀ ਹੈ ਉਹਨੂੰ ਰਸਟ ਕਹਿੰਦੇ ਆ। ਲੋਹੇ ਨੂੰ ਜੰਗ ਕਦੋਂ ਲੱਗਦੀ ਆ? ਲੋਹੇ ਨੂੰ ਜੰਗ ਉਦੋਂ ਲੱਗਦੀ ਹੈ ਜਦੋਂ ਜਿਹੜੀ ਕੋਈ ਵੀ ਆਇਰਨ ਦੀ ਚੀਜ਼ ਆ, ਲੋਹੇ ਦੀ ਚੀਜ਼ ਜਦੋਂ ਹਵਾ ਤੇ ਪਾਣੀ ਦੋਨਾਂ ਦੇ ਸੰਪਰਕ ਵਿੱਚ ਆਉਂਦੀ ਹੈ। ਹਵਾ ਤੇ ਪਾਣੀ ਦੋਨਾਂ ਦੇ ਮਤਲਬ ਆਕਸੀਜਨ ਔਰ ਵਾਟਰ ਦੋਨਾਂ ਦੇ ਸੰਪਰਕ ਵਿੱਚ ਜਦੋਂ ਕੋਈ ਵੀ ਆਇਰਨ ਦਾ ਆਬਜੈਕਟ ਆਉਂਦਾ ਹੈ ਤਾਂ ਉਹਨੂੰ ਰਸਟ ਲੱਗ ਜਾਂਦੀ ਹੈ। ਠੀਕ ਹੈ, ਔਰ ਦੋਨਾਂ ਦਾ ਹੋਣਾ ਜ਼ਰੂਰੀ ਹੈ, ਵਾਟਰ ਐਂਡ ਆਕਸੀਜਨ। ਅਗਰ ਕੋਈ ਵੀ ਆਬਜੈਕਟ ਇਹਨਾਂ ਦੋਨਾਂ ਚੀਜ਼ਾਂ ਦੇ ਸੰਪਰਕ ਵਿੱਚ ਆ ਰਿਹਾ ਹੈ ਤਾਂ ਉਸਨੂੰ ਰਸਟ ਲੱਗੂਗੀ। ਔਰ ਰਸਟ ਦਾ ਕੈਮੀਕਲ ਫਾਰਮੂਲਾ ਕੀ ਹੁੰਦਾ ਹੈ? ਰਸਟ ਦਾ ਕੈਮੀਕਲ ਫਾਰਮੂਲਾ ਹੁੰਦਾ ਹੈ Fe2O3NH2O। ਸੋ ਦਿਸ ਇਜ਼ ਦ ਫਾਰਮੂਲਾ ਆਫ ਰਸਟ। ਨੈਕਸਟ ਕੁਐਸਚਨ ਇਜ਼ ਚੂਜ਼ ਦ ਕਰੈਕਟ ਸਟੇਟਮੈਂਟ ਅਬਾਊਟ ਦ ਕੰਪਾਊਂਡਸ ਆਫ ਕਾਰਬਨ। ਜਿਹੜੇ ਕਾਰਬਨ ਦੇ ਕੰਪਾਊਂਡਸ ਹੁੰਦੇ ਨੇ ਉਹਨਾਂ ਦੇ ਬਾਰੇ ਕਿਹੜੀ ਕਰੈਕਟ ਸਟੇਟਮੈਂਟ ਹੈ? ਸਭ ਤੋਂ ਪਹਿਲਾਂ ਜਿਹੜੇ ਕਾਰਬਨ ਦੇ ਕੰਪਾਊਂਡਸ ਹੁੰਦੇ ਨੇ ਪੂਅਰ ਕੰਡਕਟਰ ਆਫ ਇਲੈਕਟ੍ਰਿਸਿਟੀ ਹੁੰਦੇ ਨੇ, ਮੀਨਸ ਉਹਨਾਂ ਚੋਂ ਬਿਜਲੀ ਨਹੀਂ ਲੰਘ ਸਕਦੀ ਐਕਸੈਪਟ 1। ਸਿਰਫ ਇੱਕੋ ਹੀ ਕਾਰਬਨ ਦਾ ਇਹੋ ਜਿਹਾ ਕੰਪਾਊਂਡ ਨਹੀਂ ਹੈਗਾ, ਆਪਾਂ ਐਲੋਟ੍ਰੋਫ ਕਹਿ ਸਕਦੇ ਹਾਂ, ਉਹਦਾ ਕਾਰਬਨ ਦੀ ਇੱਕ ਪਿਓਰੈਸਟ ਫਾਰਮ ਹੈ ਜਿਹਦੇ ਵਿੱਚੋਂ ਬਿਜਲੀ ਲੰਘ ਸਕਦੀ ਹੈ। ਅਦਰਵਾਈਜ਼ ਕਾਰਬਨ ਦੇ ਕਿਸੇ ਵੀ ਕੰਪਾਊਂਡ ਦੇ ਵਿੱਚੋਂ ਬਿਜਲੀ ਨਹੀਂ ਲੰਘ ਸਕਦੀ, ਤੇ ਜਿਹਦੇ ਵਿੱਚੋਂ ਲੰਘ ਸਕਦੀ ਹੈ ਬਿਜਲੀ ਉਹਦਾ ਨਾਮ ਕੀ ਹੈ? ਗ੍ਰੇਫਾਈਟ। ਠੀਕ ਹੈ, ਜਿਹੜਾ ਪੈਨਸਿਲ ਦੇ ਵਿੱਚ ਸਿੱਕਾ ਯੂਜ਼ ਹੁੰਦਾ ਉਹ ਗ੍ਰੇਫਾਈਟ ਹੀ ਹੁੰਦਾ। ਠੀਕ ਹੈ, ਸੋ ਜਿਹੜੀ ਗ੍ਰੇਫਾਈਟ ਹੈ ਸਿਰਫ ਗ੍ਰੇਫਾਈਟ ਦੇ ਅੰਦਰ ਬਿਜਲੀ ਲੰਘ ਸਕਦੀ ਹੈ, ਬਟ ਹੋਰ ਕਿਸੇ ਵੀ ਕਾਰਬਨ ਦੇ ਕੰਪਾਊਂਡ ਦੇ ਵਿੱਚ ਬਿਜਲੀ ਨਹੀਂ ਲੰਘ ਸਕਦੀ। ਸੋ ਫਸਟ ਆਪਸ਼ਨ ਤਾਂ ਸਹੀ ਹੈਗੀ, ਉਹ ਹੈਗੀ ਆ। ਸੈਕਿੰਡ ਆਪਸ਼ਨ ਵੀ ਚੈੱਕ ਕਰ ਲੈਂਦੇ ਹਾਂ, ਉਰੇ ਲਿਖ ਲਓ ਬੋਥ A ਐਂਡ B। ਸੈਕਿੰਡ ਆਪਸ਼ਨ ਕੀ ਹੈ? ਕਾਰਬਨ ਫਾਰਮ ਕੋਵੈਲੈਂਟ ਬੌਂਡ। ਸੋ ਇਹ ਵੀ ਆਪਸ਼ਨ ਬਿਲਕੁਲ ਸਹੀ ਹੈ। ਕੋਵੈਲੈਂਟ ਬੌਂਡ ਜਿਹੜੇ ਹੁੰਦੇ ਨੇ ਇਹ ਉਹ ਬੌਂਡ ਹੁੰਦੇ ਨੇ ਜਿਹਦੇ ਵਿੱਚ ਆਪਾਂ ਇਲੈਕਟ੍ਰੋਨ ਸ਼ੇਅਰ ਕਰਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਐਲਕੇਨਸ ਦੇ ਵਿੱਚ ਦੱਸਿਆ ਸੀਗਾ ਵੀ ਜਿਹੜਾ ਇੱਕ ਕਾਰਬਨ ਹੈ ਉਹ 4 ਹਾਈਡਰੋਜਨਾਂ ਦੇ ਨਾਲ ਆਪਣੇ ਜਿਹੜੇ ਐਟਮਸ, ਆਪਣੇ ਜਿਹੜੇ ਇਲੈਕਟ੍ਰੋਨਸ ਹੈ ਉਹ ਸ਼ੇਅਰ ਕਰ ਰਹੀ ਹੈ। ਤਾਂ ਜਿੱਥੇ ਇਲੈਕਟ੍ਰੋਨ ਸ਼ੇਅਰ ਹੁੰਦੇ ਨੇ ਉਹਨਾਂ ਨੂੰ ਕੋਵੈਲੈਂਟ ਬੌਂਡਸ ਕਹਿੰਦੇ ਆ। ਤੇ ਕੋਵੈਲੈਂਟ ਜਿਹੜੇ ਬੌਂਡ ਆ ਕਾਰਬਨ ਕੀ ਕਰਦੀ ਹੈ? ਕੋਵੈਲੈਂਟ ਬੌਂਡ ਬਣਾਉਂਦੀ ਹੈ। ਸੋ ਬੋਥ A ਐਂਡ B ਆਂਸਰ ਆਊਗਾ ਇਸ ਦਾ। ਨੈਕਸਟ ਕੁਐਸਚਨ ਇਜ਼ ਵਿਚ ਪਲਾਂਟਸ ਹੈਵ ਰੂਟ ਨੋਡਿਊਲਸ। ਕਿਹੜਾ ਪਲਾਂਟ ਹੈ ਜਿਹਦੇ ਅੰਦਰ ਰੂਟ ਨੋਡਿਊਲਸ ਹੁੰਦੀਆਂ ਨੇ? ਕਿਹੜਾ ਪਲਾਂਟ ਹੈ ਜਿਹਦੇ ਅੰਦਰ ਰੂਟ ਨੋਡਿਊਲਸ ਹੁੰਦੀਆਂ ਨੇ? ਸੋ ਕਿਹਦੇ ਅੰਦਰ ਹੁੰਦੀਆਂ ਨੇ? ਲੈਗੂਮੀਨੀਅਸ ਪਲਾਂਟਸ। ਲੈਗੂਮੀਨੀਅਸ ਪਲਾਂਟਸ ਦੇ ਅੰਦਰ ਰੂਟ ਨੋਡਿਊਲਸ ਹੁੰਦੀਆਂ ਨੇ ਤੇ ਇਹਨਾਂ ਦੇ ਅੰਦਰ ਜਿਹੜੀਆਂ ਰੂਟ ਨੋਡਿਊਲਸ ਹੁੰਦੀਆਂ ਨੇ ਇਹਨਾਂ ਦੇ ਅੰਦਰ ਰਾਈਜ਼ੋਬੀਅਮ ਨਾਮ ਦਾ ਬੈਕਟੀਰੀਆ ਪਾਇਆ ਜਾਂਦਾ ਹੈ। ਰਾਈਜ਼ੋਬੀਅਮ ਨਾਮ ਦਾ ਬੈਕਟੀਰੀਆ ਪਾਇਆ ਜਾਂਦਾ ਹੈ। ਤੇ ਜਿਹੜਾ ਰਾਈਜ਼ੋਬੀਅਮ ਨਾਮ ਦਾ ਬੈਕਟੀਰੀਆ ਹੈ ਇਹ ਕੀ ਕਰਦਾ ਹੈ? ਨਾਈਟ੍ਰੋਜਨ ਨੂੰ ਨਾਈਟ੍ਰੇਟ ਦੇ ਵਿੱਚ ਬਦਲਦਾ ਹੈ। ਨਾਈਟ੍ਰੋਜਨ ਨੂੰ ਨਾਈਟ੍ਰੇਟ ਦੇ ਵਿੱਚ ਬਦਲਦਾ ਹੈ, ਜਿਹਨੂੰ ਅਸੀਂ ਨਾਈਟ੍ਰੋਜਨ ਫਿਕਸੇਸ਼ਨ ਵੀ ਕਹਿੰਦੇ ਹਾਂ। ਸੋ ਰਾਈਜ਼ੋਬੀਅਮ ਕੀ ਕਰਦਾ ਹੈ? ਨਾਈਟ੍ਰੋਜਨ ਨੂੰ ਨਾਈਟ੍ਰੇਟ ਦੇ ਵਿੱਚ ਬਦਲਣ ਦਾ ਕੰਮ ਕਰਦਾ ਹੈ। ਔਰ ਕਿਹਦੇ ਵਿੱਚ ਪਾਇਆ ਜਾਂਦਾ ਹੈ? ਲੈਗੂਮੀਨੀਅਸ ਪਲਾਂਟਸ ਦੀਆਂ ਰੂਟ ਨੋਡਿਊਲਸ ਦੇ ਵਿੱਚ ਪਾਇਆ ਜਾਂਦਾ ਹੈ। ਨੈਕਸਟ ਕੁਐਸਚਨ ਇਜ਼ ਵਿਚ ਪਾਰਟ ਆਫ ਦਾ ਬ੍ਰੇਨ ਇਜ਼ ਰਿਸਪੌਂਸਿਬਲ ਫॉर triggering actions like thinking, intelligence, memory। ਜੇ ਕਹਿੰਦਾ ਬ੍ਰੇਨ ਦਾ ਕਿਹੜਾ ਪਾਰਟ ਹੈ, ਬ੍ਰੇਨ ਦਾ ਕਿਹੜਾ ਇਹੋ ਜਿਹਾ ਪਾਰਟ ਹੈ ਜਿਹੜਾ ਆਪਾਂ ਨੂੰ ਕੁਝ ਵੀ ਸੋਚਣ ਸਮਝਣ ਦੇ ਵਿੱਚ, ਠੀਕ ਹੈ, ਸਾਡੀ ਜਿਹੜੀ ਇੰਟੈਲੀਜੈਂਸੀ ਹੁੰਦੀ ਹੈ, ਜਿਵੇਂ ਆਪਾਂ ਕੋਈ ਵੀ ਕੁਐਸਚਨ ਸੋਲਵ ਕਰਦੇ ਹਾਂ ਤਾਂ ਬ੍ਰੇਨ ਦਾ ਕਿਹੜਾ ਪਾਰਟ ਹੈ ਜਿੱਥੋਂ ਅਸੀਂ ਸੋਚਦੇ ਹਾਂ, ਜਿੱਥੋਂ ਅਸੀਂ ਪ੍ਰੋਬਲਮ ਸੋਲਵਿੰਗ ਕਰਦੇ ਹਾਂ, ਜਿੱਥੋਂ ਅਸੀਂ ਰੀਜ਼ਨਿੰਗ ਕਰਦੇ ਹਾਂ, ਜਿੱਥੇ ਸਾਰਾ ਕੁਝ ਸਟੋਰ ਹੁੰਦਾ ਸਾਡਾ ਬ੍ਰੇਨ ਦਾ, ਉਹ ਕਿਹੜਾ ਪਾਰਟ ਹੈ? ਠੀਕ ਹੈ, ਤਾਂ ਉਹਨੂੰ ਅਸੀਂ ਬੋਲਦੇ ਹਾਂ ਸੈਰੀਬਰਮ। ਥਿੰਕਿੰਗ ਪਾਰਟ ਵੀ ਬੋਲਿਆ ਜਾਂਦਾ ਇਹਨੂੰ। ਥਿੰਕਿੰਗ ਪਾਰਟ ਆਫ ਦੀ ਬ੍ਰੇਨ ਹੁੰਦਾ ਹੈ ਸੈਰੀਬਰਮ। ਸੋ ਸੈਰੀਬਰਮ ਕੀ ਹੈ? ਥਿੰਕਿੰਗ ਪਾਰਟ ਆਫ ਦੀ ਬ੍ਰੇਨ ਹੁੰਦਾ ਹੈ ਜਿੱਥੇ ਆਪਾਂ ਕੀ ਕਰਦੇ ਹਾਂ, ਸਭ ਕੁਝ ਜਿਹੜਾ ਜੋ ਵੀ ਆਪਾਂ ਸੋਚ ਸਮਝ ਕੇ ਕੰਮ ਕਰਦੇ ਹਾਂ, ਚਾਹੇ ਆਪਾਂ ਰੀਜ਼ਨਿੰਗ ਕਰ ਰਹੇ ਹਾਂ, ਚਾਹੇ ਆਪਾਂ ਮੈਥਸ ਕਰ ਰਹੇ ਹਾਂ, ਜੋ ਵੀ ਆਪਾਂ ਆਪਣੀ ਜਿਹੜੀ ਇੰਟੈਲੀਜੈਂਸੀ ਹੁੰਦੀ ਆ ਉਹ ਇਹਦੇ ਕਰਕੇ ਹੁੰਦੀ ਹੈ, ਸੈਰੀਬਰਮ ਕਰਕੇ। ਨੈਕਸਟ ਕੁਐਸਚਨ ਇਜ਼ ਵਿਟਾਮਿਨ A ਇਜ਼ ਆਲਸੋ ਨੋਨ ਐਜ਼। ਵਿਟਾਮਿਨ A ਦਾ
ਕੈਮੀਕਲ ਨੇਮ ਹੁੰਦਾ ਇੱਕ ਆਪਣੇ ਕੋਲ ਵਿਟਾਮਿਨ ਏ ਦਾ। ਵਿਟਾਮਿਨ ਏ ਨੂੰ ਕੀ ਕਿਹਾ ਜਾਂਦਾ ਹੈ? ਰੈਟੀਨੋਲ ਕਿਹਾ ਜਾਂਦਾ ਹੈ। ਰੈਟੀਨੋਲ ਕੈਮੀਕਲ ਨੇਮ ਹੈ ਵਿਟਾਮਿਨ ਏ ਦਾ। ਕੈਮੀਕਲ ਨੇਮ ਸਾਰੇ ਵਿਟਾਮਿਨਸ ਦੇ ਪਤਾ ਹੋਣੇ ਚਾਹੀਦੇ ਨੇ ਕਿਉਂਕਿ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਇਹਨਾਂ ਤੋਂ ਬਣਦਾ। ਨੈਕਸਟ ਕੁਐਸਚਨ ਇਜ਼ ਪਲਿਊਰਾ ਇਜ਼ ਦਾ ਕਵਰਿੰਗ ਆਫ। ਕਿਹਦੀ ਕਵਰਿੰਗ ਨੂੰ ਪਲਿਊਰਾ ਕਹਿੰਦੇ ਆ? ਪਲਿਊਰਾ ਕਿਹਦੀ ਕਵਰਿੰਗ ਹੁੰਦੀ ਹੈ? ਸੋ ਇਟ ਇਜ਼ ਦੀ ਕਵਰਿੰਗ ਆਫ ਲੰਗਸ। ਜਿਹੜੇ ਲੰਗਸ ਹੁੰਦੇ ਆ, ਲੰਗਸ ਦੇ ਆਲੇ ਦੁਆਲੇ ਜਿਹੜੀ ਹੁੰਦੀ ਹੈ ਨਾ ਇੱਕ ਡਬਲ ਮੈਂਬਰੇਨ ਹੁੰਦੀ ਹੈ, ਠੀਕ ਹੈ, ਇੱਕ ਡਬਲ ਮੈਂਬਰੇਨ ਹੁੰਦੀ ਆ, ਤੇ ਜਿਹੜੀ ਉਹ ਡਬਲ ਮੈਂਬਰੇਨ ਹੁੰਦੀ ਆ ਉਹ ਲੰਗਸ ਨੂੰ ਪ੍ਰੋਟੈਕਟ ਕਰਦੀ ਹੈ ਤੇ ਉਹਨੂੰ ਪਲਿਊਰਾ ਕਿਹਾ ਜਾਂਦਾ ਹੈ। ਨੈਕਸਟ ਕੁਐਸਚਨ ਇਜ਼ ਮੈਂਡਲਸ ਲਾਅ ਡੀਲ ਵਿਦ। ਮੈਂਡਲਸ ਲਾਅ ਕਿਹਦੇ ਨਾਲ ਡੀਲ ਕਰਦਾ ਹੈ? ਮੈਂਡਲਸ ਲਾਅ ਕਿਹਦੇ ਨਾਲ ਡੀਲ ਕਰਦਾ ਹੈ? ਹੈਰੀਡਿਟੀ ਦੇ ਨਾਲ। ਮੈਂਡਲਸ ਲਾਅ, ਇਹ ਤਾਂ ਬਹੁਤ ਹੀ ਈਜ਼ੀ ਕੁਐਸਚਨ ਹੈ ਕਿ ਮੈਂਡਲ ਨੇ ਹੈਰੀਡਿਟੀ ਬਾਰੇ ਜੋ ਵੀ ਦੱਸਿਆ ਸੀਗਾ ਉਹ ਮੈਂਡਲ ਨੇ ਹੀ ਦੱਸਿਆ ਸੀਗਾ। ਹੈਰੀਡਿਟੀ ਦਾ ਮਤਲਬ ਕੀ ਹੁੰਦਾ ਕਿ ਜਿਹੜੀਆਂ ਕਰੈਕਟਰਿਸਟਿਕਸ ਸਾਡੇ ਪੇਰੈਂਟਸ ਤੋਂ ਸਾਡੇ ਵਿੱਚ ਆਈਆਂ ਜਾਂ ਜਿਹੜੀਆਂ ਵੀ ਕਰੈਕਟਰਿਸਟਿਕਸ ਪੇਰੈਂਟਸ ਤੋਂ ਉਹਨਾਂ ਦੇ ਬੱਚਿਆਂ ਦੇ ਵਿੱਚ ਜਾਂਦੀਆਂ ਨੇ, ਜਿਹੜੀ ਸਾਇੰਸ ਇਸ ਚੀਜ਼ ਨਾਲ ਡੀਲ ਕਰਦੀ ਹੈ, ਠੀਕ ਹੈ, ਉਹ ਹੁੰਦੀ ਹੈ ਜੈਨੇਟਿਕਸ। ਜੈਨੇਟਿਕਸ ਇੰਜੀਨੀਅਰਿੰਗ ਕਹਿ ਦਿੰਦੇ ਆਪਾਂ ਉਹਨੂੰ, ਤੇ ਹੈਰੀਡਿਟੀ ਉਹਦਾ ਹੀ ਪਾਰਟ ਹੈ। ਤੇ ਆਪਾਂ ਹੈਰੀਡਿਟੀ ਜਿਹੜਾ ਹੈਗਾ ਉਹਦੇ ਬਾਰੇ ਕਿਹਨੇ ਦੱਸਿਆ ਸੀਗਾ? ਮੈਂਡਲ ਨੇ ਦੱਸਿਆ ਸੀ। ਨੈਕਸਟ ਕੁਐਸਚਨ ਇਜ਼ ਕਿਚਨ ਆਫ ਦਾ ਸੈੱਲ ਇਜ਼ ਕਾਲਡ। ਸੈੱਲ ਦੀ ਕਿਚਨ ਕਿਹਨੂੰ ਕਿਹਾ ਜਾਂਦਾ? ਸੈੱਲ ਦੀ ਕਿਚਨ ਕਿਹਨੂੰ ਕਹਿੰਦੇ ਆਪਾਂ? ਪਲਾਸਟਿਡਸ ਨੂੰ ਕਹਿੰਦੇ ਆ, ਕਿਉਂਕਿ ਪਲਾਸਟਿਡਸ ਦੇ ਅੰਦਰ ਕੀ ਹੁੰਦਾ? ਕਲੋਰੋਫਿਲ। ਤੇ ਕਲੋਰੋਫਿਲ ਕੀ ਹੁੰਦਾ? ਕਲੋਰੋਫਿਲ ਕੀ ਕਰਦਾ ਹੈ? ਪਲਾਂਟਸ ਨੂੰ ਆਪਣਾ ਭੋਜਨ ਬਣਾਉਣ ਦੇ ਵਿੱਚ ਹੈਲਪ ਕਰਦਾ, ਪਲਾਂਟਸ ਨੂੰ ਆਪਣਾ ਫੂਡ ਆਪ ਤਿਆਰ ਕਰਨ ਦੇ ਵਿੱਚ ਹੈਲਪ ਕਰਦਾ। ਤਾਂ ਕਰਕੇ ਅਸੀਂ ਕੀ ਕਹਿੰਦੇ ਆ, ਜਿਹੜੇ ਪਲਾਸਟਿਡਸ ਹੈ ਉਹਨੂੰ ਸੈੱਲ ਦੀ ਕਿਚਨ ਕਹਿੰਦੇ ਆ। ਨੈਕਸਟ ਕੁਐਸਚਨ ਇਜ਼ ਵਿਚ ਆਫ ਦਾ ਫੋਲੋਇੰਗ ਆਰਗੇਨਲ ਡਾਈਜੈਸਟ ਦਾ ਓਲਡ ਆਰਗੇਨਲ that are no longer useful to the cell। ਕਹਿੰਦੇ ਇਹਨਾਂ ਚੋਂ ਕਿਹੜੇ ਆਰਗੇਨਲ ਹੈ ਜਿਹੜੇ ਓਲਡ ਆਰਗੇਨਲਸ ਨੂੰ ਖਾ ਜਾਂਦੇ ਨੇ, ਮਤਲਬ ਡਾਈਜੈਸਟ ਕਰ ਜਾਂਦੇ ਨੇ ਕਿਉਂਕਿ ਉਹ ਹੁਣ ਯੂਜ਼ਫੁਲ ਨਹੀਂ ਹੈਗੇ। ਤਾਂ ਇਹ ਕੰਮ ਹੁੰਦਾ ਲਾਈਜ਼ੋਜ਼ਮਸ ਦਾ। ਲਾਈਜ਼ੋਜ਼ਮਸ ਕਰਦੇ ਨੇ ਇਹ ਕੰਮ। ਲਾਈਜ਼ੋਜ਼ਮਸ ਨੂੰ ਸੁਸਾਈਡਲ ਬੈਗਸ ਵੀ ਕਹਿੰਦੇ ਆ ਆਪਾਂ, ਸੁਸਾਈਡਲ ਬੈਗ ਆਫ ਦੀ ਸੈੱਲ ਵੀ ਕਹਿੰਦੇ ਆ। ਤੇ ਲਾਈਜ਼ੋਜ਼ਮ ਕੀ ਕਰਦੇ ਨੇ? ਸੈੱਲ ਨੂੰ ਕਲੀਨ ਕਰਨ ਦਾ ਕੰਮ ਕਰਦੇ ਨੇ। ਮਤਲਬ ਸੈੱਲ ਦੇ ਉਹ ਪਾਰਟ ਜੋ ਕਿ ਹੁਣ ਕੰਮ ਦੇ ਵਿੱਚ ਨਹੀਂ ਹੈਗੇ, ਸੈੱਲ ਦੇ ਉਹ ਪਾਰਟ ਜਿਹੜੇ ਹੁਣ ਯੂਜ਼ ਨਹੀਂ ਹੋ ਰਹੇ ਹੈਗੇ, ਇਹ ਕੀ ਕਰਦਾ? ਉਹਨਾਂ ਨੂੰ ਡਾਈਜੈਸਟ ਕਰ ਦਿੰਦਾ ਹੈ ਤੇ ਮਤਲਬ ਉਹਨਾਂ ਨੂੰ ਪ੍ਰੋਪਰਲੀ ਖਤਮ ਕਰ ਦਿੰਦਾ, ਸੈੱਲ ਨੂੰ ਬਿਲਕੁਲ ਕਲੀਨ ਕਰ ਦਿੰਦਾ। ਸੋ ਲਾਈਜ਼ੋਜ਼ਮ ਜਿਹੜਾ ਹੁੰਦਾ ਉਹ ਕੀ ਕਰਦਾ? ਸੈੱਲ ਨੂੰ ਕਲੀਨ ਕਰਨ ਦਾ ਕੰਮ ਕਰਦਾ। ਸੋ ਇਹ ਸੀ ਗਾਇਸ ਅੱਜ ਦੇ 25 ਕੁਐਸਚਨਸ। ਸੋ ਅਗਰ ਕੋਈ ਡਾਊਟ ਹੋਇਆ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਥੈਂਕ ਯੂ ਗਾਇਸ, ਥੈਂਕ ਯੂ ਵੈਰੀ